मन मुखानो फिर जन्म है, नानक हर पाय। सतगुर बाणी पुरख पुरखोत्तम, बाणी स्यों चित लावे गो। गुरबाणी सुनत मेरा मन द्रव्या, मन बिना निज घर आवे गो। गुरबाणी सुनत मेरा मन द्रव्या, मन बिना निज घर आवे गो। बाणी गुरु गुरु है बाणी, विच बाणी अमृत सारे। गुर बाणी कह सेवक जन मन, प्रतख गुरु निस्तारे। अमृत बाणी हर हर तेरी, सुन सुन होवे परम गत मेरी। जलन बुझी शीतल होए मनुआ, सतगुर का दर्शन पाए जियो। धन वाहिगुरु साहिब जी। बसंत महला नवा। पापी हिये मैं काम बसाए, मन चंचल याते गह्यो ना जाए। पापी हिये मैं काम बसाए, मन चंचल याते गह्यो ना जाए। रहाओ जोगी जंगम अर सन्यास, सब ही पर डारिए फास। जे जे हर को नाम सम्हार, ते पाव सागर उतरै पार। जन नानक हर की शरनाए, दीजै नाम रहै गुन गाए। जन नानक हर की शरनाए, दीजै नाम रहै गुन गाए। परम सन्मानयोग जुगो जुग अटल
ਚਵਰ ਛਤਰ ਸਿੰਘਾਸਨ ਦੇ ਮਾਲਕ, ਵਾਲੀਏ ਕੋ ਲਾਲਮ, ਹਾਜ਼ਰਾ ਹਜ਼ੂਰ, ਜਾਹਰਾ ਜਹੂਰ, ਸਰਬ ਕਲਾ ਭਰਪੂਰ, ਮੁਜਸਮਾ ਆਬੇ ਹਯਾਤ, ਸਮੁੱਚੀ ਮਾਨਵਤਾ ਦੇ ਰਹਿਬਰ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਜੋਤ, ਸ਼ਬਦ ਗੁਰੂ ਧੰਨ ਧੰਨ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਤਿਨਾਂ ਦੀ ਪਾਵਨ ਪਵਿੱਤਰ ਮੁਕੱਦਸ ਗੋਦ ਅੰਦਰ ਜੁੜ ਬੈਠੇ ਅਤੇ ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ, ਘਰਾਂ ਵਿੱਚ ਬੈਠ ਕੇ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਬਾਣੀ ਨਾਲ ਸਾਂਝ ਬਣਾ ਰਹੇ ਗੁਰੂ ਪਿਆਰੇ, ਗੁਰੂ ਸਵਾਰੇ, ਅਤੀ ਸਤਿਕਾਰਯੋਗ ਸਤ ਸੰਗੀ ਜਨੋ, ਵਡਭਾਗੇ ਹਾਂ ਗੁਰਦੇਵ ਦਾਤਾ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਨਾਲ ਜੁੜ ਕੇ ਇਸ ਮਨੁੱਖਾ ਜੀਵਨ ਨੂੰ ਹੋਰ ਕੀਮਤੀ ਅਤੇ ਸਚਿਆਰਿਆਂ ਬਣਾਉਣ ਲਈ ਉੱਦਮ ਉਪਰਾਲੇ ਕਰ ਰਹੇ ਹਾਂ। ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਹੈ। ਸੰਧਿਆ ਸਮੇਂ ਦੇ ਇਹਨਾਂ ਪਾਵਨ ਸੱਜੇ ਹੋਏ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ, ਜਿੱਥੇ ਆਪ ਜੀਆਂ ਨੇ ਬਣੇ ਹੋਏ ਪ੍ਰੋਗਰਾਮ ਅਤੇ ਨਿਯਮ ਦੇ ਮੁਤਾਬਕ ਸੋਧਾਰ ਰਹਿਰਾਜ ਸਾਹਿਬ ਜੀ ਦੇ ਮੁਬਾਰਕ ਬਾਣੀ ਦੇ ਪਾਠ ਸਰਵਣ ਕੀਤੇ ਹਨ। ਮੇਰੇ ਤੋਂ ਪਹਿਲਾਂ ਆਪ ਜੀ ਬੜੇ ਹੀ ਸਤਿਕਾਰਯੋਗ ਭਾਈ ਪ੍ਰਿਤਪਾਲ ਸਿੰਘ ਜੀ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦਿੱਲੀ ਵਾਲੇ, ਤਿਨਾਂ ਦੇ ਪਾਸੋਂ ਸਤਿਗੁਰੂ ਦੀ ਮਨੋਹਰ ਬਾਣੀ ਦਾ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਮੁਬਾਰਕ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ, ਤਿਸ ਲੜੀ ਦੇ ਤਹਿਤ ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਮੁਬਾਰਕ ਸ਼ਬਦ ਦਾਸ ਨੇ ਆਪ ਜੀਆਂ ਦੇ ਨਾਲ ਸਾਂਝਾ ਕੀਤਾ ਹੈ। ਇਹ ਪਾਵਨ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਰਾਗ ਬਸੰਤ ਅੰਦਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਕ 1186 ਤੇ ਸੁਭਾਇਮਾਨ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਮੁਬਾਰਕ ਸ਼ਬਦ ਦੇ ਰਾਹੀਂ ਕੀ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਨੇ। ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਗੁਰੂ ਘਰ ਦੀ ਮਰਿਆਦਾ ਨੂੰ ਬਹਾਲ ਕਰਦਿਆਂ ਕਲਗੀਧਰ ਸਵਾਮੀ ਬਾਦਸ਼ਾਹ ਦਰਵੇਸ਼ ਅੰਮ੍ਰਿਤ ਕੇ ਦਾਤੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਪਾਵਨ ਫਤਿਹ ਨਾਲ ਸਾਂਝ ਬਣਾਈਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਅਦਬ ਸਤਿਕਾਰ ਸਹਿਤ ਗੁਰੂ ਚਰਨਾਂ ਵਿੱਚ ਸੀਸ ਝੁਕਾਉਂਦਿਆਂ ਨਿਮਰਤਾ ਸਹਿਤ ਬੁਲੰਦ ਆਵਾਜ਼ ਵਿੱਚ ਗੁਰਫਤਿਹ ਪ੍ਰਵਾਨੋ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਇਸ ਮੁਬਾਰਕ ਵਿਚਾਰਧੀਨ ਸ਼ਬਦ ਦੇ ਰਾਹੀਂ ਬੜਾ ਕੀਮਤੀ ਨੁਕਤਾ ਸਾਡੇ ਨਾਲ ਸਾਂਝਾ ਕੀਤਾ ਹੈ। ਤੁਸੀਂ ਵੇਖੋ, ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਬਾਣੀ ਨੂੰ ਵਿਚਾਰਦੇ ਹਾਂ, ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਸਮੇਤ ਮੇਰੇ ਸਾਡੇ ਵਿੱਚੋਂ ਕਈਆਂ ਦਾ ਇਹ ਸਵਾਲ, ਇਹ ਪ੍ਰਸ਼ਨ, ਇਹ ਕੁਐਸਚਨ ਹੁੰਦਾ ਹੈ ਵੀ ਸਾਡਾ ਮਨ ਨਹੀਂ ਟਿਕਦਾ, ਸਾਡਾ ਮਨ ਖਲੋਂਦਾ ਨਹੀਂ, ਸਾਡਾ ਮਨ ਭਟਕਣਾ ਦੇ ਵਿੱਚ ਹੈ। ਤੋ ਮਨ ਦੀ ਬਾਤ ਕਰਦਿਆਂ ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜੇ ਮਨ ਟਿਕਦਾ ਨਹੀਂ, ਜੇ ਮਨ ਖਲੋਂਦਾ ਨਹੀਂ, ਉਹਦਾ ਕਾਰਨ ਕੀ? ਤੇ ਗੁਰਦੇਵ ਸਤਿਗੁਰੂ ਨੇ ਬੜਾ ਕੀਮਤੀ ਨੁਕਤਾ ਸਾਡੇ ਨਾਲ ਸਾਂਝਾ ਕੀਤਾ। ਗੁਰਦੇਵ ਸਤਿਗੁਰੂ ਕਹਿੰਦੇ ਨੇ, ਪਾਪੀ ਹੀਐ ਮੈਂ ਕਾਮ ਬਸਾਏ, ਵੀ ਇਸ ਹਿਰਦੇ ਦੇ ਵਿੱਚ, ਇਸ ਮਨ ਦੇ ਵਿੱਚ ਕਾਮ ਹੈ। ਹੁਣ ਸ਼ਬਦ ਹਜ਼ੂਰ ਨੇ ਇੱਕ ਵਰਤਿਆ, ਪਰ ਇਹਦਾ ਸਮੁੱਚਾ ਭਾਵ ਕੀ ਹੈ? ਵੀ ਮਨ ਦੇ ਵਿੱਚ ਵਿਕਾਰ ਵਸ ਰਹੇ ਨੇ। ਮਨ ਵਿਸ਼ਿਆਂ ਵਿਕਾਰਾਂ ਦੇ ਨਾਲ ਲਬਰੇਜ਼ ਹੈ, ਭਰਿਆ ਹੋਇਆ ਹੈ। ਇੱਥੇ ਕਾਮ ਵੀ ਵਸ ਰਿਹਾ,
ਇੱਥੇ ਕ੍ਰੋਧ ਵੀ ਵਸ ਰਿਹਾ, ਇੱਥੇ ਲੋਭ, ਮੋਹ ਤੇ ਹੰਕਾਰ, ਈਰਖਾ, ਦਵੈਸ਼, ਇਹ ਸਭ ਚੀਜ਼ਾਂ ਭਰੀਆਂ ਹੋਈਆਂ ਨੇ। ਤੋ ਗੁਰਦੇਵ ਕਹਿੰਦੇ ਨੇ ਪਾਪੀ ਹੀਏ ਮੈਂ ਕਾਮ ਵਸਾਏ, ਮੇਰੇ ਮਨ ਵਿੱਚ ਵਿਸ਼ੇ ਵਿਕਾਰ ਨੇ, ਇਸ ਕਰਕੇ ਮਨ ਚੰਚਲ ਜਾਂ ਤੇ ਕਹਿਓ ਨਾ ਜਾਏ। ਇਸੇ ਕਰਕੇ ਮਨ ਕਾਬੂ 'ਚ ਨਹੀਂ ਆ ਰਿਹਾ। ਜੇ ਮਨ ਡੋਲਦਾ, ਜੇ ਮਨ ਬੇਕਾਬੂ ਹੈ, ਜੇ ਮਨ ਭਟਕਣਾ ਦੇ ਵਿੱਚ ਹੈ, ਇਹਦਾ ਮਤਲਬ ਹੈ ਮਨ ਵਿੱਚ ਵਿਸ਼ੇ ਵਿਕਾਰ ਨੇ, ਮਨ ਅਗਿਆਨਤਾ ਦੇ ਨਾਲ ਭਰਿਆ ਹੋਇਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਬਾਣੀ ਨੇ ਕਿੰਨੇ ਹੀ ਐਸੇ ਸ਼ਬਦ ਸਾਡੇ ਨਾਲ ਸਾਂਝੇ ਕੀਤੇ ਨੇ, ਜਿੱਥੇ ਹਜ਼ੂਰ ਕਹਿੰਦੇ ਨੇ ਇੱਕ ਕਾਮ ਕਰਕੇ ਨਹੀਂ, ਲੋਭ ਕਰਕੇ ਵੀ ਮਨੁੱਖ ਦਾ ਮਨ ਜਿਹੜਾ ਉਹ ਟਿਕਦਾ ਨਹੀਂ। ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ। ਲੋਭੀ ਜੀੜਾ ਥਿਰ ਨਾ ਰਹੇ, ਤੇ ਮਨ ਵਿੱਚ ਲੋਭ ਹੈ ਤੇ ਤਾਂ ਵੀ ਥਿਰ ਨਹੀਂ ਰਹੇਗਾ, ਚਾਰੇ ਕੁੰਡਾਂ ਭਾਲੇ। ਆਖਿਆ ਹਜ਼ੂਰ ਫਿਰ ਕਿਉਂ ਭਟਕਦਾ ਹੈ ਮਨ? ਕੋਈ ਵਜ੍ਹਾ ਹੋਏਗੀ, ਕੋਈ ਕਾਰਨ ਹੋਏ। ਬਿਨਾਂ ਵਜ੍ਹਾ ਤੋਂ ਤੇ ਕੁਝ ਵੀ ਨਹੀਂ ਹੁੰਦਾ ਸਮਾਜ ਵਿੱਚ, ਸੰਸਾਰ ਵਿੱਚ। ਕੋਈ ਤੇ ਕਾਰਨ ਬਣਿਆ ਹੋਏਗਾ ਨਾ, ਵੀ ਇਹ ਵਿਸ਼ੇ ਵਿਕਾਰ ਜੇ ਸਾਡੇ ਮਨ ਵਿੱਚ ਆਏ ਨੇ ਤੇ ਕੀ ਕਾਰਨ ਬਣਿਆ? ਹਜ਼ੂਰ ਕਹਿਣ ਲੱਗੇ ਕਿਉਂਕਿ ਤੁਹਾਡੇ ਅੰਦਰ ਅਗਿਆਨਤਾ ਹੈ, ਭਰਮ ਹੈ ਤੁਹਾਡੇ ਅੰਦਰ। ਤੇ ਭਰਮ ਦੀ ਨਿਸ਼ਾਨੀ ਪਤਾ ਕੀ ਹੈ? ਜੋ ਅਸੀਂ ਮੰਨ ਕੇ ਬੈਠੇ ਹਾਂ ਉਹ ਹੈ ਨਹੀਂ। ਭਗਤ ਰਵਿਦਾਸ ਜੀ ਨੇ ਹੀ ਆਖਿਆ ਨਾ, ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਜੋ ਅਸੀਂ ਮੰਨ ਕੇ ਬੈਠੇ ਹਾਂ ਉਹ ਹੈ ਨਹੀਂ। ਅਸੀਂ ਕੀ ਮੰਨ ਕੇ ਬੈਠੇ ਹਾਂ? ਇਹਦੀ ਉਦਾਹਰਣ ਉਹ ਆਪਣੇ ਸ਼ਬਦਾਂ ਵਿੱਚ ਦਿੰਦੇ ਨੇ ਵੀ ਰਾਜ ਭਯੰਗ ਪ੍ਰਸੰਗ। ਰਾਜ ਕਹਿੰਦੇ ਨੇ ਰੱਸੀ ਨੂੰ, ਵੀ ਜਿਵੇਂ ਹਨੇਰੇ ਵਿੱਚ ਪਈ ਹੋਈ ਰੱਸੀ ਵੀ ਸੱਪ ਲੱਗਦੀ ਏ, ਪਰ ਚਾਨਣ ਹੋਣ ਤੇ ਪ੍ਰਤੀਤ ਹੋਏਗਾ ਵੀ ਉਹ ਰੱਸੀ ਏ, ਸੱਪ ਨਹੀਂ ਸੀ। ਭੁਲੇਖਾ ਸੀ ਨਾ, ਅਸੀਂ ਕੀ ਮੰਨਿਆ ਵੀ ਸੱਪ ਹੈ, ਅਸਲੀਅਤ ਕੀ ਸੀ? ਉਹ ਰੱਸੀ ਸੀ। ਤੋ ਹਜ਼ੂਰ ਕਹਿਣ ਲੱਗੇ ਭੁਲੇਖੇ ਦੀ ਨਿਸ਼ਾਨੀ ਇਹ ਹੈ, ਜਦੋਂ ਅਗਿਆਨਤਾ ਹੋਵੇ, ਹਨੇਰਾ ਹੋਵੇ, ਤੇ ਉਦੋਂ ਮਨੁੱਖ ਨੂੰ ਚੀਜ਼ ਜਾਪਦੀ ਕੁਝ ਹੋਰ ਹੈ, ਪਰ ਉਹਦੀ ਅਸਲੀਅਤ ਕੁਝ ਹੋਰ ਹੁੰਦੀ ਹੈ। ਇਹਨੂੰ ਭੁਲੇਖਾ ਕਹਿੰਦੇ ਨੇ। ਤੇ ਜੇ ਮਨ ਭਟਕ ਰਿਹਾ, ਇਹਦਾ ਮਤਲਬ ਹੈ ਮਨ ਦੇ ਵਿੱਚ ਵੀ ਕਿਤੇ ਨਾ ਕਿਤੇ ਅਗਿਆਨਤਾ ਹੈ। ਡੀਂਗਨ ਡੋਲਾ ਤਉ ਲਓ ਜੋ ਮਨ ਕੇ ਭਰਮਾ। ਭਰਮ ਦੇ ਵਿੱਚ ਹੈ ਮਨ, ਤਾਂ ਡੋਲ ਰਹੇ ਹਾਂ ਅਸੀਂ। ਹਰ ਥਾਂ ਤੇ ਡੋਲ ਜਾਂਦੇ ਹਾਂ, ਭਟਕਣਾ ਦੇ ਵਿੱਚ ਆ। ਕੋਈ ਛੋਟੀ ਜਿਹੀ ਚੀਜ਼ ਸਾਡੇ ਨਾਲ ਵਾਪਰ ਜਾਏ, ਘਟਨਾ ਹੋ ਜਾਏ, ਸਾਡਾ ਮਨ ਡੋਲ ਜਾਂਦਾ। ਕਿਸੇ ਨੇ ਰਾਹ ਦੇ ਵਿੱਚ ਨਾਰੀਅਲ, ਸੰਧੂਰ, ਪਰਾਂਦਾ ਰੱਖਿਆ ਹੋਵੇ, ਅਸੀਂ ਕਹਿੰਦੇ ਟੂਣਾ ਕਰ ਦਿੱਤਾ, ਲੰਘ ਗਏ ਹਾਂ, ਉਦੋਂ ਦੀ ਸਾਡੇ ਸਿਰ ਵਿੱਚ ਦਰਦ ਹੋਈ ਜਾ ਰਹੀ ਹੈ। ਹਾਲਾਂਕਿ ਉਹ ਭਾਵੇਂ ਖਾਣ ਪੀਣ ਦੀ ਪ੍ਰੋਬਲਮ ਨਾਲ ਹੋ ਗਈ ਹੋਵੇ, ਕੋਈ ਐਸਾ ਵਿਗਾੜ ਪੈ ਗਿਆ ਫਿਜ਼ੀਕਲੀ ਸਰੀਰ ਦੇ ਵਿੱਚ ਵੀ ਖਾਣ ਪੀਣ ਦੀ ਕਮੀ ਕਰਕੇ ਜਾਂ ਵਾਧੇ ਕਰਕੇ ਕੋਈ ਵਿਗਾੜ ਪੈਦਾ ਹੋ ਗਿਆ। ਅਸੀਂ ਆਖਿਆ ਵੇਖੋ ਜੀ, ਅਸੀਂ ਉਹ ਚੀਜ਼ ਲੰਘੇ ਸੀ ਤਾਂ ਸਾਡੇ ਮਨ ਵਿੱਚ ਇਹ ਤਾਂ ਦਰਦ ਹੋ ਰਿਹਾ। ਬਿੱਲੀ ਰਾਹ ਕੱਟ ਜਾਏ, ਅਸੀਂ ਡੋਲ ਜਾਂਦੇ ਹਾਂ, ਭਰਮ ਹੀ ਹੈ ਨਾ। ਕਿੰਨੇ ਭਰਮ ਨੇ ਸਾਡੇ ਮਨ ਵਿੱਚ ਜਿਹੜੇ ਅਸੀਂ ਪਾਲ ਕੇ ਬੈਠੇ ਹੋਏ ਹਾਂ। ਕਿੰਨੇ ਭਰਮ ਸਾਡੇ ਮਨ ਵਿੱਚ। ਔਰ ਇਹ ਨਹੀਂ ਵੀ ਇਹ ਇਹਨਾਂ ਦੇਸ਼ਾਂ ਵਿੱਚ ਨਹੀਂ, ਇਕੱਲੇ ਭਾਰਤ ਵਿੱਚ ਹੀ ਵਾਪਰਦੇ ਨੇ ਐਸੇ। ਤੁਹਾਨੂੰ ਗੱਲ ਇਹ ਹੈ ਵੀ ਉੱਥੇ ਜਿਹੜਾ ਪਾਣੀ ਦੀ ਘਾਟ ਹੈ, ਇੱਥੇ ਪਾਣੀ ਦੀ ਵਾਧ ਹੈ, ਇਸ ਕਰਕੇ ਪਾਣੀ ਵਿੱਚ ਸੁੱਟੇ ਹੋਏ ਨਾਰੀਅਲ ਸਾਨੂੰ ਦਿਖਾਈ ਨਹੀਂ ਦਿੰਦੇ, ਉੱਥੇ ਦਿਖਾਈ ਦੇ ਜਾਂਦੇ ਨੇ। ਫਰਕ ਇਹ ਘੱਟ ਦੇ ਇੱਥੇ ਵੀ ਨਹੀਂ ਗੁਜ਼ਾਰਦੇ ਅਸੀਂ। ਐਵੇਂ ਥੋੜ੍ਹਾ ਅਖਬਾਰਾਂ ਦੇ ਵਿੱਚ, ਟੀਵੀ ਚੈਨਲ ਦੇ ਵਿੱਚ, ਰੇਡੀਓ ਦੇ ਉੱਤੇ ਲਗਾਤਾਰ ਭਰਮ ਦੇ ਵਿੱਚੋਂ ਬਾਹਰ ਨਿਕਲਦੀਆਂ ਗੱਲਾਂ ਚੱਲਦੀਆਂ ਨੇ। ਤਰਕਸ਼ੀਲਾਂ ਵੱਲੋਂ ਇਹ ਕਿਹਾ ਜਾਂਦਾ ਵੀ ਅਸੀਂ ਇੰਨਾ ਪੈਸਾ ਦਿਆਂਗੇ ਜੇ ਕੋਈ ਇਹ ਚੀਜ਼ ਸਾਬਤ ਕਰ ਦੇਵੇ। ਤੇ ਇਹਦਾ ਮਤਲਬ ਹੈਗੀਆਂ ਤੇ ਅਗਲੇ ਕਹਿ ਰਹੇ ਨੇ ਨਾ ਵੀ ਇੱਥੇ ਸਾਰਾ ਕੁਝ ਵਾਪਰ ਰਿਹਾ। ਜਿਹੜੀਆਂ ਆਦਤਾਂ, ਜਿਹੜੇ ਸੰਸਕਾਰ ਸਾਡੇ ਉੱਥੇ ਸਨ, ਅਸੀਂ ਉਹੀ ਆਪਣੇ ਨਾਲ ਚੁੱਕ ਕੇ ਇੱਥੇ ਲੈ ਆਏ, ਤੋ ਇੱਥੇ ਵੀ ਸਾਰਾ ਕੁਝ ਉਹੀ ਵਾਪਰਦਾ। ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ ਗੁਰੂ ਨੇ ਤੇਰੇ ਅੰਦਰ ਦੇ ਭਰਮ ਨੂੰ ਕੱਟ ਕੇ ਬਾਹਰ ਸੁੱਟ ਦੇਣਾ। ਡੀਗਨ ਡੋਲਾ ਤਉ ਲਓ ਜੋ ਮਨ ਕੇ ਭਰਮਾ। ਭਰਮ ਕਾਟੇ ਗੁਰ ਆਪਣੇ ਪਾਏ ਵਿਸ਼ਰਾਮਾ। ਵਿਸ਼ਰਾਮ ਦਾ ਅਰਥ ਹੈ ਸਹਿਜ, ਟਿਕਾ। ਤੂੰ ਟਿਕਾ ਦੇ ਵਿੱਚ ਆ ਜਾਏਗਾ, ਤੂੰ ਸਹਿਜ ਵਿੱਚ ਆ ਜਾਏਗਾ, ਫਿਰ ਤੇਰਾ ਮਨ ਡੋਲੇਗਾ ਨਹੀਂ। ਇਹ ਡੋਲਦਾ ਹੀ ਤਾਂ ਕਿਉਂਕਿ ਤੇਰੇ ਅੰਦਰ ਹਨੇਰਾ ਹੈ, ਹਨੇਰੇ ਵਿੱਚ ਜੀ ਰਿਹਾ ਹੈ ਤੂੰ। ਸਤਿਗੁਰੂ ਨੂੰ ਪੁੱਛੇ ਮਹਾਰਾਜ ਇਹ ਹਨੇਰਾ ਫਿਰ ਦੂਰ ਕਿਵੇਂ ਹੋਏਗਾ? ਤੇ ਗੁਰਦੇਵ ਕਹਿੰਦੇ ਨੇ ਗੁਰੂ ਦੀ ਬਾਣੀ ਦੇ ਨਾਲ। ਗੁਰੂ ਦੀ ਬਾਣੀ ਹੀ ਤੇਰੇ ਜੀਵਨ ਦੇ ਵਿੱਚ ਚਾਨਣ ਕਰੇਗੀ ਤੇ ਤੇਰਾ ਹਨੇਰਾ ਖਤਮ ਹੋ ਜਾਏਗਾ। ਗੁਰਬਾਣੀ ਇਸ ਜਗ ਮੈਂ ਚਾਨਣ। ਗੁਰਬਾਣੀ ਦੇ ਚਾਨਣ ਨਾਲ ਤੇਰੇ ਅੰਦਰ ਦਾ ਹਨੇਰਾ ਦੂਰ ਹੋਏਗਾ ਤੇ ਭਰਮ ਖਤਮ ਹੋ ਜਾਣਗੇ। ਪਰ ਗੱਲ ਇਹ ਹੈ, ਜਦੋਂ ਤੇਰਾ ਭਰਮ ਟੁੱਟਦਾ ਹੈ ਨਾ, ਉਦੋਂ ਤੂੰ ਤਿਲ ਮਿਲਾ ਉੱਠਦਾ। ਤੈਨੂੰ ਇਹ ਲੱਗਦਾ ਵੀ ਗੁਰੂ ਨੇ ਮੇਰਾ ਧਰਮ ਤੋੜ ਕੇ ਰੱਖ ਦਿੱਤਾ। ਗੁਰੂ ਨੇ ਧਰਮ ਨਹੀਂ ਤੋੜਿਆ, ਗੁਰੂ ਨੇ ਤੇਰਾ ਭਰਮ ਤੋੜਿਆ। ਤੈਨੂੰ ਭੁਲੇਖਾ ਇਹ ਲੱਗਾ ਵੀ ਸ਼ਾਇਦ ਗੁਰੂ ਨੇ ਧਰਮ ਤੋੜਿਆ ਤੇਰਾ। ਸਾਨੂੰ ਸਮੇਤ ਮੇਰੇ ਸਾਨੂੰ ਭੁਲੇਖਾ ਲੱਗਦਾ
ਵੀ ਗੁਰੂ ਨੇ ਮੇਰਾ ਧਰਮ ਤੋੜਿਆ। ਗੁਰੂ ਧਰਮ ਨੂੰ ਕਿਉਂ ਤੋੜੇਗਾ? ਗੁਰੂ ਤੇ ਆਪ ਧਾਰਮਿਕ ਇਨਸਾਨ ਹੈ। ਗੁਰੂ ਨੂੰ ਕਿਸੇ ਦੇ ਧਰਮ ਵਿੱਚ ਇੰਟਰਫੇਅਰ ਕਰਨ ਦੀ ਕੀ ਲੋੜ ਹੈ? ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪਣੀਆਂ ਉਦਾਸੀਆਂ ਦੇ ਦੌਰਾਨ ਜੇ ਧਰਮ ਅਸਥਾਨਾਂ ਤੇ ਤੀਰਥ ਸਥਾਨਾਂ ਤੇ ਜਾਂਦੇ ਨੇ ਤੇ ਕੀ ਇਸ ਵਾਸਤੇ ਜਾਂਦੇ ਨੇ ਵੀ ਉਹਨਾਂ ਦੇ ਧਰਮ ਦੇ ਵਿੱਚ ਇੰਟਰਫੇਅਰ ਕਰ ਸਕਣ, ਉਹਨਾਂ ਦੇ ਧਰਮ ਨੂੰ ਤੋੜਨ ਦੀ ਕੋਸ਼ਿਸ਼ ਕਰਨ? ਹਜ਼ੂਰ ਅਸਲ ਵਿੱਚ ਭਰਮ ਨੂੰ ਤੋੜਨ ਵਾਸਤੇ ਜਾਂਦੇ ਨੇ। ਹਰਿਦੁਆਰ ਜੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗਏ ਤੇ ਕਿਸ ਮਕਸਦ ਦੇ ਨਾਲ? ਵੀ ਉਹ ਸਾਖੀ ਆਪਾਂ ਜਿਸ ਵੇਲੇ ਸੁਣਦੇ ਹਾਂ ਵੀ ਉੱਥੇ ਗੰਗਾ ਦੇ ਵਿੱਚ ਖਲੋ ਕੇ ਪੰਡਿਤ ਪੁਰੋਹਿਤ ਜਿਹੜੇ ਸਨ ਚੜ੍ਹਦੇ ਹੋਏ ਸੂਰਜ ਨੂੰ ਪਾਣੀ ਦੇ ਰਹੇ ਨੇ। ਕਿਸ ਵਾਸਤੇ? ਵੀ ਸਾਡਾ ਦਿੱਤਾ ਹੋਇਆ ਪਾਣੀ ਸਾਡੇ ਮਰ ਚੁੱਕੇ ਪਿੱਤਰਾਂ ਤੱਕ ਪਹੁੰਚ ਜਾਏ। ਹਜ਼ੂਰ ਬੋਲੇ ਨਹੀਂ। ਅੰਦਾਜ਼ ਹੈ ਉਹਨਾਂ ਦਾ ਸਮਝਾਉਣ ਦਾ, ਇਕੱਠ ਵਿੱਚ ਗੱਲ ਕਰਨ ਦਾ। ਆਖਿਆ ਇਕੱਲੇ ਇਕੱਲੇ ਨੂੰ ਸਮਝਾਉਣ ਨਾਲੋਂ ਚੰਗਾ ਇਹ ਆਪੇ ਚੱਲ ਕੇ ਆਉਣ। ਜਿਸ ਵੇਲੇ ਪ੍ਰਸ਼ਨ ਖੁਦ ਕਰਨਗੇ ਤਾਂ ਗੱਲ ਕਰਨ ਦਾ ਸਵਾਦ ਫਿਰ ਆਏਗਾ। ਪ੍ਰਸ਼ਨ ਇਹ ਕਰਨ, ਪਹਿਲਾ ਕੁਐਸਚਨ ਇਹਨਾਂ ਵੱਲੋਂ ਹੋਵੇਗਾ ਤਾਂ ਗੱਲ ਕਰ। ਤੇ ਜੇ ਮੈਂ ਜਾ ਕੇ ਗੱਲ ਸ਼ੁਰੂ ਕੀਤੀ, ਹੋ ਸਕਦਾ ਗੱਲ ਉਨੀ ਵਜਨਦਾਰ ਨਾ ਹੋਵੇ। ਤੋ ਗਰੀਬ ਨਵਾਜ਼ ਸੱਚੇ ਪਾਤਸ਼ਾਹ ਲਹਿੰਦੇ ਵਾਲੇ ਪਾਸੇ ਨੂੰ ਮੂੰਹ ਕਰਕੇ ਆਪਣੇ ਖੇਤਾਂ ਨੂੰ ਪਾਣੀ ਦੇ ਰਹੇ ਨੇ, ਤਲਵੰਡੀ ਵਾਲੇ ਪਾਸੇ ਨੂੰ। ਤੋ ਪੁਰੋਹਿਤ ਆਣ ਕੇ ਪੁੱਛਦੇ ਨੇ ਵੀ ਤੁਸੀਂ ਕੀ ਕਰ ਰਹੇ ਹੋ? ਤੇ ਹਜ਼ੂਰ ਕਹਿੰਦੇ ਨੇ ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ। ਕਿੰਨੀ ਦੂਰ ਨੇ? ਆਖਿਆ ਕੁਝ ਸੈਂਕੜੇ ਕਿਲੋਮੀਟਰ ਦੂਰ ਹੋਣਗੇ। ਤੁਹਾਡਾ ਪਾਣੀ ਕਿਵੇਂ ਪਹੁੰਚ ਜਾਏਗਾ ਉੱਥੇ? ਹਜ਼ੂਰ ਕਹਿਣ ਲੱਗੇ ਜੇ ਤੁਹਾਡਾ ਪਾਣੀ ਸੂਰਜ ਤੱਕ ਪਹੁੰਚ ਸਕਦਾ ਲੱਖਾਂ ਕਰੋੜਾਂ ਕਿਲੋਮੀਟਰ ਦੂਰ, ਤੇ ਮੇਰਾ ਪਾਣੀ ਸੈਂਕੜੇ ਕਿਲੋਮੀਟਰ ਦੂਰ ਨਹੀਂ ਜਾ ਸਕਦਾ। ਤਲਵੰਡੀ ਇੱਥੋਂ ਦੂਰ ਹੀ ਕਿਤੇ ਕਿੰਨੀ ਕੁ ਹੈ। ਤੋ ਕੀ ਤੋੜਿਆ ਗੁਰੂ ਸਾਹਿਬ ਨੇ? ਭਰਮ। ਧਰਮ ਤੇ ਨਹੀਂ ਤੋੜਿਆ ਨਾ। ਆਖਿਆ ਤੁਹਾਡੀ ਮਿਹਨਤ ਸਾਰਥਕ ਹੈ, ਤੁਹਾਡੀ ਮਿਹਨਤ, ਤੁਹਾਡਾ ਉਦਮ, ਤੁਹਾਡਾ ਯਤਨ ਬਹੁਤ ਸੋਹਣਾ, ਪਰ ਤੁਹਾਡੀ ਦਿਸ਼ਾ ਗਲਤ ਹੈ। ਦਿਸ਼ਾ ਗਲਤ ਹੈ। ਜਿਨ੍ਹਾਂ ਬਜ਼ੁਰਗਾਂ ਨੂੰ ਜਿਉਂਦਿਆਂ ਪਾਣੀ ਦੇਣਾ ਚਾਹੀਦਾ ਸੀ ਤੁਸੀਂ ਮਰਨ ਤੋਂ ਬਾਅਦ ਦੇ ਰਹੇ ਹੋ। ਜਿਨ੍ਹਾਂ ਦੀਆਂ ਜਿਉਂਦਿਆਂ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ ਸੀ ਤੁਸੀਂ ਮਰਨ ਤੋਂ ਬਾਅਦ ਕਰ ਰਹੇ ਹੋ। ਤਾਂ ਤੁਸੀਂ ਭਰਮ ਦੇ ਵਿੱਚ ਜੀ ਰਹੇ ਹੋ। ਭਰਮ ਦੇ ਵਿੱਚ ਇਸ ਬਣੇ ਹੋਏ ਭਰਮ ਨੂੰ ਗੁਰੂ ਨੇ ਤੋੜਿਆ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਕਹਿੰਦੀ ਜਿੰਨੀ ਦੇਰ ਤੱਕ ਭਰਮ ਟੁੱਟੇ ਨਾ, ਬੰਦੇ ਦੇ ਅੰਦਰ ਦਾ ਜਿਹੜਾ ਮਨ ਦਾ ਸ਼ੈਤਾਨ ਹੈ ਉਹ ਸ਼ਾਂਤ ਨਹੀਂ ਹੋ ਸਕਦਾ। ਫੂਟੋ ਆਂਡਾ ਭਰਮ ਕਾ ਮਨੈ ਭਇਓ ਪ੍ਰਗਾਸ਼, ਕਾਟੀ ਬੇਰੀ ਪਗਾਂ ਤੇ ਗੁਰਕੀਨੀ, ਬੰਦ ਖਲਾਸ ਆਵਣ ਜਾਣ ਰਹਿਓ, ਤਪਤ ਕੜਾਹਾ ਬੁਝ ਗਿਆ ਗੁਰ ਸ਼ੀਤਲ ਨਾਮ ਦਿਓ। ਠੰਡ ਵਰਤ ਗਈ ਮਨੁੱਖ ਦੇ ਅੰਦਰ, ਟਿਕਾ ਦੇ ਵਿੱਚ ਆ ਗਿਆ ਮਨੁੱਖ ਦਾ ਮਨ, ਸ਼ਾਂਤੀ ਦੇ ਵਿੱਚ ਆ ਗਿਆ ਮਨੁੱਖ ਦਾ ਮਨ। ਤੋ ਸਤਿਗੁਰੂ ਕਹਿੰਦੇ ਨੇ ਭਰਮ ਅਸਲ ਵਿੱਚ ਹੈ ਹੀ ਇਸ ਕਰਕੇ ਸੀ ਕਿ ਮਨੁੱਖ ਦੇ ਅੰਦਰ ਭਟਕਣਾ ਜਿਹੜੀ ਏ ਉਹ ਲਗਾਤਾਰ ਬਣੀ ਹੋਈ ਏ, ਤਾਂ ਬੰਦੇ ਦਾ ਮਨ ਟਿਕਦਾ ਨਹੀਂ। ਅਸੀਂ ਇੱਕ ਸ਼ਬਦ ਪੜ੍ਹਦੇ ਹਾਂ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ, ਡੰਡੌਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਵੇਖੋ ਅਸੀਂ ਸ਼ਬਦਾਂ ਨੂੰ ਕਿੰਨੇ ਛੋਟੇ ਲੈਵਲ ਤੇ ਜਾ ਕੇ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ। ਇਹ ਸਾਡੀ ਪ੍ਰੋਬਲਮ ਹੈ, ਸਾਡੀ ਪ੍ਰੋਬਲਮ। ਸਾਨੂੰ ਕੋਈ ਕਹਿ ਦੇਵੇ ਤੁਹਾਡੀ ਗੁਆਂਢੀ ਨਾਲ ਨਹੀਂ ਬਣਦੀ, ਇਹ ਸ਼ਬਦ ਪੜ੍ਹੋ। ਤੁਸੀਂ ਮੁਕੱਦਮਾ ਜਿੱਤਣਾ ਚਾਹੁੰਦੇ ਹੋ, ਇਹ ਸ਼ਬਦ ਪੜ੍ਹੋ। ਤਾਂ ਸ਼ਬਦ ਬਾਹਰੋਂ ਥੋੜ੍ਹੀ ਆਏ ਨੇ। ਸ਼ਬਦ ਕਿੱਥੋਂ ਆਏ ਨੇ? ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚੋਂ। ਤੇ ਸ਼ਬਦਾਂ ਦਾ ਜੋੜ ਵੇਖੋ, ਤਾਤੀ ਵਾਓ ਨਾ ਲੱਗ ਗਈ, ਪਾਰ ਬ੍ਰਹਮ ਸ਼ਰਣਾਈ, ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ। ਕੀ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਸ਼ਬਦ ਇਸ ਵਾਸਤੇ ਉਚਾਰਿਆ ਵੀ ਜੇ ਮੇਰੇ ਗਵਾਂਢੀ ਨਾਲ ਨਹੀਂ ਬਣਦੀ ਤੇ ਮੈਂ ਸ਼ਬਦ ਪੜ੍ਹਾਂ? ਤੁਸੀਂ ਅੰਦਾਜ਼ਾ ਲਾ ਕੇ ਵੇਖੋ। ਮੈਂ ਜੇ ਸਵੇਰੇ ਵੀ ਜ਼ਿਕਰ ਕਰ ਰਿਹਾ ਸਾਂ ਵੀ ਗੁਰਬਾਣੀ ਉਚਾਰੀ ਕਿਸ ਪਰਿਪੇਖ ਵਿੱਚ ਗਈ ਏ, ਅਸੀਂ ਉਹਨੂੰ ਵਰਤ ਕਿਸ ਪਰਿਪੇਖ ਵਿੱਚ ਰਹੇ ਹਾਂ। ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਜੀਵਨ ਨੂੰ ਸਵਾਰਨ ਵਾਸਤੇ ਉਚਾਰੀ ਏ, ਨਾ ਸੌਦੇਬਾਜ਼ੀਆਂ ਕਰਨ ਵਾਸਤੇ ਉਚਾਰੀ ਏ, ਤੇ ਨਾ ਇਸ ਵਾਸਤੇ ਵੀ ਜੇ ਮੇਰਾ ਗਵਾਂਢੀ ਪਰੇਸ਼ਾਨ ਕਰਦਾ ਤੇ ਮੈਂ ਸ਼ਬਦ ਪੜ੍ਹ ਦੇਵਾਂ ਉਹਦੇ ਵਾਸਤੇ। ਇਦਾਂ ਕਰਨ ਨਾਲ ਸਾਡਾ ਗੁਰਬਾਣੀ ਤੋਂ ਅਕੀਦਾ ਟੁੱਟ ਜਾਏਗਾ ਤੇ ਕਮਜ਼ੋਰ ਪੈ ਜਾਏਗਾ, ਮਜ਼ਬੂਤ ਥੋੜ੍ਹਾ ਹੋਏਗਾ। ਮਜ਼ਬੂਤ ਤੁਸੀਂ ਵੇਖੋ, ਦੋ ਆਪਸ ਵਿੱਚ ਖਹਿਣ ਵਾਲੇ ਬੰਦੇ, ਜਦੋਂ ਉਹਨਾਂ ਦਾ ਕੋਰਟ ਵਿੱਚ ਕੇਸ ਚੱਲਦਾ, ਦੋਨੋਂ ਬਾਬੇ ਦੀ ਹਾਜ਼ਰੀ ਭਰਦੇ ਨੇ ਤੇ ਦੋਨਾਂ ਨੂੰ ਬਾਬਾ ਸ਼ਬਦ ਦੇ ਰਿਹਾ ਵੀ ਆਹ ਸ਼ਬਦ ਪੜ੍ਹੋਗੇ ਤੇ ਕੇਸ ਜਿੱਤ ਜਾਓਗੇ। ਹੁਣ ਜਿਸ ਵੇਲੇ ਕੇਸ ਚੱਲਦਾ, ਜਿੱਤੇਗਾ ਤੇ ਇੱਕ ਬੰਦਾ ਹੀ ਨਾ, ਦੋਵੇਂ ਜਿੱਤ ਨਹੀਂ ਜਾਣਗੇ, ਨਾ ਦੋਵਾਂ ਨੇ ਹਾਰਨਾ। ਤਾਂ ਜਿਹੜਾ ਜਿੱਤ ਗਿਆ ਉਹਦਾ ਬਾਣੀ ਤੇ ਵਿਸ਼ਵਾਸ ਪਰਪੱਕ ਹੋ ਜਾਏਗਾ, ਤੇ ਜਿਹੜਾ ਹਾਰ ਗਿਆ ਉਹ ਕਹੇਗਾ ਇਹਦੇ ਵਿੱਚ ਤਾਕਤ ਹੀ ਨਹੀਂ ਹੈ। ਅਸੀਂ ਕੀ ਮੈਸੇਜ ਲੋਕਾਂ ਨੂੰ ਦੇਣਾ ਚਾਹੁੰਦੇ ਹਾਂ, ਕੀ ਸੰਦੇਸ਼ ਲੋਕਾਂ ਤੱਕ, ਖਲਕਤ ਤੱਕ ਪਹੁੰਚਾਉਣਾ ਚਾਹੁੰਦੇ ਹਾਂ, ਤੁਸੀਂ ਉਹਨੂੰ ਸੋਚ ਕੇ ਵੇਖੋ ਵੀ ਗੱਲ ਕਿਹੜੇ ਪਾਸੇ ਨੂੰ ਜਾ ਰਹੀ ਹੈ।
ਹਜ਼ੂਰ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਸ ਤਾਤੀ ਵਾਓ ਦੀ ਗੱਲ ਕਰਦੇ ਨੇ, ਤੁਸੀਂ ਵੇਖੋ ਕੀ ਗੁਰੂ ਅਰਜਨ ਸਾਹਿਬ ਮਹਾਰਾਜ ਗਵਾਂਢੀ ਦੀ ਲੜਾਈ ਨੂੰ ਤਾਤੀ ਵਾਓ ਮੰਨਦੇ ਨੇ? ਕੀ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪੈਸੇ ਦੀ ਕਮੀ ਨੂੰ ਤਾਤੀ ਵਾਓ ਮੰਨਦੇ ਨੇ? ਕੀ ਗੁਰੂ ਅਰਜਨ ਸਾਹਿਬ ਮਹਾਰਾਜ ਕਿਸੇ ਮੁਸ਼ਕਲ ਨੂੰ, ਫਿਜ਼ੀਕਲੀ ਕਿਸੇ ਪ੍ਰੋਬਲਮ ਨੂੰ ਤਾਤੀ ਵਾਓ ਮੰਨਦੇ ਨੇ? ਹਜ਼ੂਰ ਗੁਰੂ ਅਰਜਨ ਸਾਹਿਬ ਮਹਾਰਾਜ ਤੇ ਤੱਤੀ ਤਵੀ ਤੇ ਬਹਿ ਕੇ ਵੀ ਉਹਨੂੰ ਤੱਤੀ ਵਾਹ ਨਹੀਂ ਮੰਨਦੇ। ਤੱਤੀ ਤਵੀ ਤੇ ਬਹਿ ਕੇ ਵੀ ਉਹਨੂੰ ਤੱਤੀ ਵਾਹ ਨਹੀਂ ਮੰਨਦੇ। ਇੱਕੋ ਗੱਲ ਕਹਿੰਦੇ ਨੇ, ਤੇਰਾ ਕੀਆ ਮੀਠਾ ਲਾ ਕੇ ਹਰ ਨਾਮ ਪਦਾਰਥ ਨਾਨਕ ਮੰਗੇ। ਇਹ ਦ੍ਰਿੜਤਾ ਹੈ ਉਹਨਾਂ ਦੇ ਜੀਵਨ ਵਿੱਚ। ਤੋ ਕਿਹੜੀ ਤਾਤੀ ਵਾਓ ਦੀ ਹਜ਼ੂਰ ਨੇ ਗੱਲ ਕੀਤੀ? ਗੁਰਦੇਵ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਇਹ ਜਿਹੜੇ ਸ਼ਬਦ ਨੇ, ਇਹ ਸਾਡੇ ਅਧਿਆਤਮਿਕ ਜੀਵਨ ਦੇ ਵਾਸਤੇ ਵਰਤੇ ਹੋਏ ਨੇ। ਅਧਿਆਤਮਿਕ ਜੀਵਨ ਦੇ ਵਾਸਤੇ ਬੰਦੇ ਦੇ ਅੰਦਰ ਤਪਸ਼ ਕਿਸ ਚੀਜ਼ ਦੀ ਏ? ਈਰਖਾ ਦੀ, ਜੈਲਸ ਦੀ, ਕ੍ਰੋਧ ਦੇ ਭਾਂਬੜ ਮਚ ਰਹੇ ਨੇ ਬੰਦੇ ਦੇ ਅੰਦਰ, ਹੰਕਾਰ ਦੀ ਅੱਗ ਬਲ ਰਹੀ ਹੈ ਬੰਦੇ ਦੇ ਅੰਦਰ, ਕਾਮ ਦੇ ਭਾਂਬੜ ਮਚ ਰਹੇ ਨੇ ਮਨੁੱਖ ਦੇ ਅੰਦਰ। ਇਹਨੂੰ ਸਤਿਗੁਰੂ ਕਹਿੰਦੇ ਨੇ ਤਾਤੀ ਵਾਓ ਨਾ ਲੱਗ ਗਈ। ਜੇ ਤੂੰ ਗੁਰੂ ਨਾਲ ਜੁੜ ਜਾਏ। ਆਪਾਂ ਇੱਕ ਸ਼ਬਦ ਪੜ੍ਹਦੇ ਹਾਂ 12 ਮਾਹ ਦੀ ਬਾਣੀ ਚੋਂ। ਇਹ ਜਿਹੜਾ ਮਹੀਨਾ ਚੱਲ ਰਿਹਾ ਆਪਾਂ ਸ਼ਰਵਣ ਵੀ ਕੀਤਾ ਹੋਏਗਾ। ਆਸਾੜ ਤਪੰਦਾ ਤਿਸ ਲੱਗੇ ਹਰ ਨਾ ਜਿਨ੍ਹਾਂ ਕੋਲ ਕਰਤੇ ਪੁਰਖ ਵਾਹਿਗੁਰੂ ਦੇ ਗੁਣ ਨਹੀਂ ਹੈਗੇ, ਉਹ ਹਰ ਵੇਲੇ ਸੜਦੇ ਰਹਿੰਦੇ ਨੇ। ਬਾਹਰ ਦੀ ਗਰਮੀ ਨਾਲ ਨਹੀਂ, ਅੰਦਰ ਦੀ ਤਪਸ਼ ਨਾਲ। ਅੰਦਰ ਦੀ ਤਪਸ਼ ਜਿਹੜੀ ਹੈ ਨਾ, ਉਹ ਏਸੀ ਵਿੱਚ ਵੀ ਬੈਠੇ ਨੇ, ਪਸੀਨਾ ਆ ਰਿਹਾ ਉਹਨਾਂ ਨੂੰ, ਉਹ ਪੱਖਾ ਲਾ ਕੇ ਬੈਠੇ ਨੇ, ਬੜੀ ਠੰਡੀ ਜਗ੍ਹਾ ਤੇ ਬੈਠੇ ਨੇ, ਤਾਂ ਵੀ ਉਹਨਾਂ ਦੇ ਅੰਦਰ ਤਪਸ਼ ਹੈ। ਬਾਹਰ ਦੀ ਤਪਸ਼ ਨਹੀਂ। ਇੱਥੇ ਹਜ਼ੂਰ ਅੰਦਰ ਦੀ ਤਪਸ਼ ਦੀ ਗੱਲ ਕਰਦੇ ਨੇ। ਅਸੀਂ ਜਿਸ ਵੇਲੇ ਸ਼ਬਦ ਪੜ੍ਹਦੇ ਹਾਂ, ਕਾਲ ਤਾਤੀ ਠਾਂਡਾ ਹਰ ਨਾਉ, ਜਿੰਨੀ ਵੀ ਤਪਸ਼ ਹੈ ਉਹ ਸਾਡੀ ਮਾੜੀ ਸੋਚ ਕਰਕੇ ਹੈ। ਮਾੜੀ ਸੋਚ ਕਰਕੇ। ਜੇ ਰਾਤ ਨੂੰ ਨੀਂਦ ਨਹੀਂ ਹੁੰਦੀ, ਕੋਈ ਗਲਤ ਕਰਮ ਕੀਤਾ ਤਾਂ ਹੀ ਤੇ ਨਹੀਂ ਆ ਰਹੀ। ਕਿੰਨੀ ਤਪਸ਼ ਹੈ ਬੰਦੇ ਦੇ ਅੰਦਰ, ਕਿੰਨਾ ਬੇਚੈਨ ਹੈ ਮਨੁੱਖ, ਕਿੰਨਾ ਪਰੇਸ਼ਾਨ ਹੈ ਮਨੁੱਖ। ਹਜ਼ੂਰ ਨੇ ਅੰਦਰੂਨੀ ਜੀਵਨ ਦੀ ਗੱਲ ਕੀਤੀ ਵੀ ਚੰਦਨ ਚੰਦ, ਜੇ ਬਾਹਰ ਦੀ ਠੰਡ ਹੋਵੇ ਚੰਦਨ ਦੇ ਨਾਲ ਦੂਰ ਹੋ ਸਕਦੀ ਹੈ। ਚੰਦਰਮਾ ਦੇ ਨਾਲ, ਚੰਦਰਮਾ ਦੀ ਠੰਡਕ ਬਹੁਤ ਹੈ, ਉਹਦੇ ਨਾਲ ਦੂਰ ਹੋ ਜਾਏਗੀ। ਸਰਦੀ ਦੀ ਰੁੱਤ ਹੈ, ਉਹਦੇ ਨਾਲ ਦੂਰ ਹੋ ਜਾਏਗੀ। ਪਰ ਹਜ਼ੂਰ ਨੇ ਆਖਿਆ ਜਿਹੜੀ ਅੰਦਰ ਤਪਸ਼ ਹੈ ਨਾ, ਉਹਨੂੰ ਬਾਹਰ ਦੀ ਕੋਈ ਚੀਜ਼ ਠੰਡੀ ਨਹੀਂ ਕਰ ਸਕਦੀ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਕਾਮ। ਆਖਿਆ ਮਹਾਰਾਜ ਕਿਵੇਂ ਠੰਡੀ ਹੋਏਗੀ? ਤੇ ਹਜ਼ੂਰ ਨੇ ਆਖਿਆ ਸ਼ੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ। ਗੁਰੂ ਦੇ ਗੁਣਾਂ ਨਾਲ, ਉਹਦੇ ਨਾਮ ਨਾਲ ਹੀ ਅੰਦਰ ਦੀ ਠੰਡ, ਅੰਦਰ ਦੀ ਜਿਹੜੀ ਤਪਸ਼ ਹੈ ਇਹ ਦੂਰ ਹੋ ਜਾਏਗੀ। ਥੋੜਾ ਇਹਨੂੰ ਹੋਰ ਸਮਝੀਏ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੇਲੇ ਆਪਣੀ ਬਾਣੀ ਵਿੱਚ ਇਹ ਆਨੰਦ ਸਾਹਿਬ ਦੀ ਬਾਣੀ ਆਪਾਂ ਰੋਜ਼ ਪੜ੍ਹਦੇ ਨਿਤਨੇਮ ਦੇ ਵਿੱਚ, ਉੱਥੇ ਹਜ਼ੂਰ ਕੀ ਕਹਿੰਦੇ ਨੇ? ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਏ। ਮਨੋ ਕਿਉਂ ਵਿਸਾਰੀਏ, ਏਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿ ਪੋ ਨਾ ਸਕਈ, ਜਿਸ ਨੂੰ ਆਪਣੀ ਲਿਵ ਲਾਏ। ਵੀ ਜਿਵੇਂ ਮਾਂ ਦੇ ਗਰਭ ਦੇ ਵਿੱਚ ਬੱਚਾ ਪਲ ਰਿਹਾ, ਪਰ ਉਹਨੂੰ ਉੱਥੇ ਕੋਈ ਪਰੇਸ਼ਾਨੀ ਨਹੀਂ ਹੈ। ਹਾਲਾਂਕਿ ਮਾਂ ਦੇ ਉਦਰ ਵਿੱਚ ਵੀ ਟੈਂਪਰੇਚਰ ਹੈ, ਪਰ ਉਹ ਟੈਂਪਰੇਚਰ ਜਿਹੜਾ ਬੱਚੇ ਵਾਸਤੇ ਪੋਜ਼ਿਟਿਵ ਇਫੈਕਟ ਹੈ, ਨੈਗੇਟਿਵ ਨਹੀਂ ਹੈ। ਜੋ ਨਾ ਹੋਏਗਾ ਤੇ ਬੱਚਾ ਠੰਡਾ ਹੋ ਜਾਏਗਾ। ਇਸੇ ਕਰਕੇ ਵੇਖੋ ਨਾ, ਜਿਸ ਵੇਲੇ ਬੱਚਾ ਨਿਊ ਬੋਰਨ ਬੇਬੀ ਹੁੰਦਾ, ਉਹਨੂੰ ਕਈ ਵਾਰ ਮਸ਼ੀਨ ਵਿੱਚ ਰੱਖਣਾ ਪੈਂਦਾ ਟੈਂਪਰੇਚਰ ਦੇਣ ਵਾਸਤੇ, ਹੀਟ ਦੇਣ ਵਾਸਤੇ। ਮਾਂ ਦੇ ਗਰਭ ਦੇ ਵਿੱਚ ਅਗਨ ਹੈ। ਹਜ਼ੂਰ ਕਹਿਣ ਲੱਗੇ ਜਿਵੇਂ ਮਾਂ ਦੇ ਗਰਭ ਵਿੱਚ ਅਗਨ ਹੈ, ਉਦਾਂ ਹੀ ਸੰਸਾਰ ਦੇ ਵਿੱਚ ਹੈ। ਇੱਕ ਜਿਹੜੀ ਉਦਾਹਰਣ ਵਰਤੀ ਨਾ ਗੁਰੂ ਅਰਜਨ ਸਾਹਿਬ ਮਹਾਰਾਜ ਨੇ, ਮਾਤ ਗਰਭ ਮੈਂ ਆਪਨ ਸਿਮਰਨ ਦੇ, ਤਾਂ ਤੁਮ ਰਾਖਨ ਹਾਰੇ, ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ। ਵੀ ਜਿਵੇਂ ਹੈ ਸਤਿਗੁਰੂ, ਇਹ ਉਦਾਹਰਣ ਹੈ ਪਹਿਲੀ, ਵੀ ਮਾਤ ਜਿਵੇਂ ਤੂੰ ਮਾਂ ਦੇ ਗਰਭ ਵਿੱਚ ਸਾਡੀ ਰੱਖਿਆ ਕੀਤੀ ਹੈ, ਉੱਥੇ ਜਿਹੜੀ ਤਪਸ਼ ਹੈ ਉਹ ਸਾਨੂੰ ਪਾਲ ਰਹੀ ਹੈ, ਸਾਡਾ ਨੁਕਸਾਨ ਨਹੀਂ ਕਰਦੀ। ਸਤਿਗੁਰੂ ਜੇ ਕਿਰਪਾ ਕਰੇ, ਇਹ ਸੰਸਾਰ ਦੀ ਜਿਹੜੀ ਅੱਗ ਹੈ, ਇਹਨੂੰ, ਇਸ ਅੱਗ ਨੂੰ ਵੀ ਹਜ਼ੂਰ ਨੇ ਮਾਂ ਦਾ ਗਰਭ ਆਖਿਆ। ਮਾਇਆ ਨਾਮ ਗਰਭ ਜੋਨ ਕਾ। ਇਹ ਜਿਹੜੀ ਮਾਇਆ ਹੈ ਨਾ, ਇਹ ਵੀ ਗਰਭ ਹੈ। ਅਸੀਂ ਹੁਣ ਇਹਦੇ ਵਿੱਚ, ਜਿਉਂ ਅਸੀਂ ਜੰਮੇ ਹਾਂ, ਹੁਣ ਅਸੀਂ ਇਹਦੇ ਗਰਭ ਦੇ ਵਿੱਚ ਹਾਂ, ਤੇ ਮਰਨ ਤੱਕ ਅਸੀਂ ਇਹਦੇ ਗਰਭ ਵਿੱਚ ਹੀ ਰਹਿਣਾ। ਗੁਰੂ ਬਚਾ ਲਵੇ ਤੇ ਬਚਾ ਲਵੇ, ਨਹੀਂ ਤੇ ਕਈ ਬੰਦੇ ਝੁਲਸ ਜਾਂਦੇ ਨੇ ਇਹਦੇ ਵਿੱਚ ਆ ਕੇ। ਹੁਣ ਹਜ਼ੂਰ ਨੇ ਜਿਹੜੀ ਉਦਾਹਰਣ ਵਰਤੀ, ਕਹਿਣ ਲੱਗੇ ਜਿਵੇਂ ਤੂੰ ਮਾਂ ਦੇ ਗਰਭ ਵਿੱਚ ਸਾਡੀ ਰੱਖਿਆ ਕੀਤੀ, ਉੱਥੇ ਜਿਹੜੀ ਤਪਸ਼ ਹੈ, ਜਿਹੜਾ ਟੈਂਪਰੇਚਰ ਹੈ, ਉਹ ਸਾਡੇ ਵਾਸਤੇ ਪੋਜ਼ਿਟਿਵ ਹੈ। ਉਹ ਸਾਨੂੰ ਮਾਰ ਨਹੀਂ ਰਿਹਾ, ਸਾਨੂੰ ਬਚਾ ਰਿਹਾ। ਸਤਿਗੁਰੂ ਤਪਸ਼ ਸੰਸਾਰ ਦੇ ਵਿੱਚ ਵੀ ਬਹੁਤ ਹੈ, ਪਰ ਕਿਰਪਾ ਕਰੀ ਇਹ ਵੀ ਸਾਡੀ ਲੋੜ ਬਣ ਜਾਏ, ਸਾਨੂੰ ਮਾਰੇ ਨਾ, ਸਾਡਾ ਨੁਕਸਾਨ ਨਾ ਕਰੇ, ਸਾਡੇ ਵਾਸਤੇ ਪੋਜ਼ਿਟਿਵ ਸਾਬਤ ਹੋਵੇ। ਕਿਹੜੀ ਤਪਸ਼? ਕਾਮ। ਇਹ ਕੁਦਰਤੀ ਤਾਕਤ ਹੈ, ਸਾਰਿਆਂ ਦੇ ਵਿੱਚ ਹੈ।
ਤੁਸੀਂ ਇਹਦੇ ਤੋਂ ਮੂੰਹ ਨਹੀਂ ਮੋੜ ਸਕਦੇ। ਕੋਈ ਬੰਦਾ ਦੁਨੀਆ ਦਾ ਨਹੀਂ ਕਹਿ ਸਕਦਾ ਵੀ ਮੇਰੇ ਅੰਦਰ ਹੈ ਨਹੀਂ। ਹਜ਼ੂਰ ਨੇ ਉਸ ਬੰਦੇ ਨੂੰ ਨਕਾਰਿਆ, ਆਖਿਆ ਕੁਦਰਤੀ ਤਾਕਤਾਂ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸਾਨੂੰ ਚਲਾ ਰਹੀਆਂ ਨੇ। ਜੇ ਕਾਮ ਨਹੀਂ ਹੋਏਗਾ ਸੰਸਾਰ ਦੀ ਉਤਪਤੀ ਨਹੀਂ ਹੋ ਸਕਦੀ। ਜਿਹੜਾ ਇੱਕ ਵਾਰ ਬਣ ਗਿਆ ਸੋ ਬਣ ਗਿਆ, ਦੁਬਾਰਾ ਕੋਈ ਅੱਗੇ ਚੱਲ ਨਹੀਂ ਸਕਦਾ। ਲੋੜ ਹੈ ਨਾ। ਕ੍ਰੋਧ ਸਾਡੀ ਲੋੜ ਹੈ। ਬੰਦੇ ਅੰਦਰ ਗੁੱਸਾ ਨਹੀਂ ਹੋਏਗਾ, ਤੁਸੀਂ ਕਿਸੇ ਬੰਦੇ ਹੱਥ ਤਲਵਾਰ ਦੇ ਕੇ ਉਹਨੂੰ ਆਖੋ ਵੀ ਭਾਈ ਠੰਡਾ ਰਹੇ, ਤੂੰ ਲੜਨਾ ਨਹੀਂ ਕਿਸੇ ਨਾਲ, ਉਹ ਕਹੇਗਾ ਜੇ ਲੜਨਾ ਨਹੀਂ ਸੀ, ਜੇ ਗੁੱਸਾ ਹੀ ਨਹੀਂ ਕਰਨਾ ਤੇ ਤਲਵਾਰ ਕਾਹਦੇ ਵਾਸਤੇ ਫੜਾਈਏ ਮੈਨੂੰ। ਤਲਵਾਰ ਵੀ ਹੱਥ ਵਿੱਚ ਦੇ ਰਹੇ ਹੋ ਤੇ ਇਹ ਵੀ ਕਹਿ ਰਹੇ ਹੋ ਵੀ ਗੁੱਸਾ ਨਹੀਂ ਕਰਨਾ, ਲੜਨਾ ਨਹੀਂ ਕਿਸੇ ਨਾਲ, ਠੰਡਾ ਰਹੋ। ਠੰਡੇ ਹੋ ਕੇ ਤੇ ਤਲਵਾਰ ਨਹੀਂ ਚਲਾਈ ਜਾ ਸਕਦੀ। ਤਲਵਾਰ ਤੇ ਵੀਰ ਰਸ ਹੋਏਗਾ ਅੰਦਰ ਤਾਂ ਚੱਲ ਸਕਦੀ। ਤਾਂ ਇਹ ਵੀ ਸਾਡੀ ਲੋੜ ਹੈ। ਸਵੈਮਾਨ ਸਾਡੀ ਲੋੜ ਹੈ, ਲੋੜਾਂ ਸਾਡੀ ਲੋੜ ਹੈ। ਹਰ ਚੀਜ਼ ਮਨੁੱਖ ਦੀ ਲੋੜ ਹੈ, ਪਰ ਇਹਨੂੰ ਵਿਕਾਰ ਹਜ਼ੂਰ ਨੇ ਉੱਥੇ ਆਖਿਆ ਜਦੋਂ ਕੋਈ ਚੀਜ਼ ਆਪਣੀ ਲਿਮਿਟ ਨੂੰ ਕ੍ਰਾਸ ਕਰਨ ਦੀ ਕੋਸ਼ਿਸ਼ ਕਰੇ। ਕਾਮ ਆਪਣੀ ਲਿਮਿਟ ਤੋਂ ਵੱਧ ਜਾਏ, ਆਖਿਆ ਹੁਣ ਸੁਸਾਇਟੀ ਵਿੱਚ ਗੰਦ ਪਏਗਾ। ਕ੍ਰੋਧ ਵੱਧ ਗਿਆ ਲੋੜ ਤੋਂ, ਆਖਿਆ ਹੁਣ ਸੁਸਾਇਟੀ ਵਿੱਚ ਅੱਗਾਂ ਜਿਹਦੇ ਅੰਦਰ ਅੱਗ ਹੈ ਬਾਹਰ ਵੀ ਅੱਗ ਉਹੀ ਲਾਏਗਾ। ਜਿਹਦੇ ਅੰਦਰ ਹੰਕਾਰ ਹੋਏਗਾ ਬਾਹਰ ਵੀ ਅੱਗਾਂ ਉਹੀ ਲਾਏਗਾ। ਜਿਹਦੇ ਅੰਦਰ ਤਪਸ਼ ਹੈ ਬਾਹਰ ਵੀ ਅੱਗ ਉਹੀ ਲਾਏਗਾ। ਨੁਕਸਾਨ ਬਾਹਰ ਬਾਅਦ ਵਿੱਚ ਹੁੰਦਾ, ਪਹਿਲੋਂ ਬੰਦੇ ਦੇ ਅੰਦਰ ਨੁਕਸਾਨ ਹੁੰਦਾ। ਉਹਦੇ ਅੰਦਰ ਖਿਆਲਾਤ ਬਣਦੇ ਨੇ ਤਾਂ ਪ੍ਰੈਕਟੀਕਲ ਕੰਮ ਕਰਦਾ ਮਨੁੱਖ। ਪਹਿਲੋਂ ਸਾਡੇ ਅੰਦਰ ਸਾਰੀ ਖੇਡ ਵਰਤਰੀ ਹੁੰਦੀ ਹੈ। ਤੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਮਾਤ ਗਰਭ ਮੈਂ ਆਪਨ ਸਿਮਰਨ ਦੇ, ਤਾਹ ਤੁਮ ਰਾਖਨ ਹਾਰੇ, ਪਾਵਕ ਸਾਗਰ ਅਥਾ ਲਹਿਰ ਮੇ ਤਾਰੋ ਤਾਰਨ ਹਾਰੇ। ਇਹਨੂੰ ਭਗਤ ਜੀ ਆਪਣੀ ਬਾਣੀ ਚ ਕਹਿੰਦੇ ਨੇ, ਲੋਭ ਲਹਿਰ ਅਤ ਨੀਜਰ ਬਾਜੈ, ਕਾਇਆ ਡੂਬੇ ਕੇਸ਼ਵਾ, ਸੰਸਾਰ ਸਮੁੰਦੇ, ਤਾਰ ਗੋਬਿੰਦੇ ਤਾਰ ਲੈ ਬਾਪ ਬਿਠਲਾ। ਵੀ ਸੰਸਾਰ ਦੇ ਵਿੱਚ ਕਾਮ ਦੀਆਂ ਛੱਲਾਂ ਨੇ, ਕ੍ਰੋਧ ਦੀਆਂ ਛੱਲਾਂ ਨੇ, ਹੰਕਾਰ ਦੇ ਭਾਂਬੜ ਮਚ ਰਹੇ ਨੇ, ਮੋਹ ਦਾ ਧੂਆਂ ਉੱਠ ਰਿਹਾ, ਲੋਭ ਦੇ ਵਾਵਰੋਲੇ ਉੱਠ ਰਹੇ ਨੇ। ਗੁਰੂ ਹੀ ਬਚਾਵੇ ਤੇ ਬਚਾਵੇ। ਵਰਨਾ ਬੰਦਾ ਇਹਦੇ ਕੋਲੋਂ ਬਚ ਨਹੀਂ ਸਕਦਾ। ਇੰਨੀਆਂ ਮਾੜੀਆਂ, ਇੰਨੇ ਭੈੜੇ ਸੁਭਾਅ ਦੀਆਂ ਇਹ ਬਿਰਤੀਆਂ ਨੇ। ਤੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ, ਮਨ ਡੋਲਦਾ ਇਹਦੇ ਕਰਕੇ ਹੈ। ਇਹ ਅਗਿਆਨਤਾ, ਇਹ ਵਿਕਾਰ ਮਨੁੱਖੀ ਜੀਵਨ ਦੇ ਵਿੱਚ ਟਿਕੇ ਹੋਏ ਨੇ, ਇਸ ਕਰਕੇ ਮਨੁੱਖ ਦਾ ਮਨ ਡੋਲਦਾ। ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮਨ ਨੂੰ ਸੰਬੋਧਨ ਹੋ ਕੇ ਕਹਿੰਦੇ ਨੇ, ਕੀ ਕਹਿੰਦੇ ਨੇ ਹਜ਼ੂਰ? ਕਹਿੰਦੇ ਨੇ, ਰੇ ਮਨ ਡੀਗ ਨਾ ਡੋਲੀਏ, ਹੇ ਮੇਰੇ ਮਨ ਤੂੰ ਡੋਲ ਨਾ, ਸਿੱਧੇ ਮਾਰਗ ਧਾਓ, ਸਿੱਧਾ ਤੁਰਿਆ ਰਹੋ। ਜਦੋਂ ਤੂੰ ਗੁਰੂ ਦੇ ਰਾਹ ਤੋਂ ਹਟ ਕੇ ਚੱਲਣ ਦੀ ਕੋਸ਼ਿਸ਼ ਕਰਦਾ, ਉਦੋਂ ਤੂੰ ਡੋਲਦਾ। ਜਿੰਨੀ ਦੇਰ ਤੱਕ ਤੂੰ ਉਸ ਟਰੈਕ ਤੇ ਚੱਲਦਾ, ਜਿਹੜੇ ਟਰੈਕ ਤੇ ਗੁਰੂ ਤੈਨੂੰ ਚਲਾਉਣਾ ਚਾਹੁੰਦਾ, ਤੇਰਾ ਜੀਵਨ ਵਿਕਾਰੀ ਨਹੀਂ ਹੁੰਦਾ। ਤੇਰੇ ਜੀਵਨ ਦੇ ਵਿੱਚ ਵਾਸ਼ਨਾਵਾਂ ਜਨਮ ਨਹੀਂ ਲੈਂਦੀਆਂ। ਜਦੋਂ ਤੂੰ ਗੁਰੂ ਦੇ ਰਾਹ ਨੂੰ ਛੱਡ ਕੇ ਵਿਕਾਰਾਂ ਦੇ ਰਾਹ ਤੇ ਤੁਰਨਾ ਸ਼ੁਰੂ ਕਰਦਾ, ਉਦੋਂ ਤੇਰੇ ਮਨ 'ਚ ਵਿਕਾਰ ਆ ਜਾਂਦੇ ਨੇ। ਇਹਨੂੰ ਹਜ਼ੂਰ ਕਹਿੰਦੇ ਨੇ, ਸਾਧ ਕੇ ਸੰਗ ਨਾ ਬੀਂਗਾ ਪੈਰ। ਗੁਰੂ ਦੇ ਰਾਹ ਤੇ ਚੱਲਿਆ ਬੰਦਾ ਵਿੰਗੇ ਬੰਨੇ ਪੈਰ ਨਹੀਂ ਰੱਖਦਾ, ਮਾੜੇ ਬੰਨੇ ਕਦਮ ਨਹੀਂ ਰੱਖਦਾ। ਉਹਦੇ ਕਦਮ ਬੜੇ ਸੁਚੱਜੇ ਤੇ ਬੜੇ ਸਫਲੇ ਤੇ ਮੁਬਾਰਕ ਹੁੰਦੇ ਨੇ। ਤੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ, ਰੇ ਮਨ ਡੀਗ ਨਾ ਡੋਲੀਏ, ਤੂੰ ਡੋਲ ਨਾ। ਤੂੰ ਡੋਲਦਾ ਪਤਾ ਕਿਉਂ? ਕਿਉਂਕਿ ਤੇਰੇ ਅੰਦਰ ਵਿਕਾਰ ਹੈ। ਕਦੇ ਤੇ ਤੇਰੀ ਅਵਸਥਾ ਇਦਾਂ ਦੀ ਬਣ ਜਾਂਦੀ, ਤੂੰ ਬੜੀ ਉਤਾਂਹ ਚਲਿਆ ਜਾਂਦਾ, ਤੇ ਕਦੇ ਤੂੰ ਇੰਨੀ ਮਾੜੀ ਜਗ੍ਹਾ ਤੇ ਜਾ ਕੇ ਡਿੱਗਦਾ ਜਿਹਦਾ ਕਿਸੇ ਨੂੰ ਅੰਦਾਜ਼ਾ ਵੀ ਨਹੀਂ। ਹਜ਼ੂਰ ਨੇ ਕਿਹਾ, ਕਬੂ ਜੀੜਾ ਊਬ ਚੜ੍ਹਤ ਹੈ। ਕਦੇ ਬੰਦਾ ਬੜੀ ਉੱਚੀ ਜਗ੍ਹਾ ਤੇ ਪਹੁੰਚ ਜਾਂਦਾ। ਕਬਹੂ ਜਾਏ ਪਿਆਲੇ, ਪਿਆਲ ਦਾ ਅਰਥ ਹੈ ਪਤਾਲ, ਬੜੀ ਨੀਵੀਂ ਜਗ੍ਹਾ ਤੇ ਨਿਵਾਣ ਵਾਲੇ ਪਾਸੇ ਚਲਿਆ ਜਾਂਦਾ ਹੈ। ਕਿਉਂ? ਕਿਉਂਕਿ ਇਹਦੇ ਅੰਦਰ ਲਾਲਚ ਹੈ। ਲੋਭੀ ਜੀੜਾ ਥਿਰ ਨਾ ਰਹੇ ਤੇ ਇਹ ਇਸ ਕਰਕੇ ਉਹ ਤਾਂ ਨਹੀਂ ਜਾ ਰਿਹਾ ਵੀ ਇਹ ਚੰਗਾ ਬਣ ਗਿਆ। ਇਹਦੇ ਮਨ ਵਿੱਚ ਲਾਲਚ ਹੈ, ਇਸ ਕਰਕੇ ਤਾਂ ਜਾ ਰਿਹਾ ਹੈ। ਇਸ ਕਰਕੇ ਇਹਨੂੰ ਲੱਗਦਾ ਵੀ ਮੈਨੂੰ ਲੋੜ ਹੈ, ਜੇ ਮੈਂ ਇਸ ਜਗ੍ਹਾ ਤੇ ਮਿੱਠਾ ਬੋਲਾਂ ਤੇ ਲੋਕ ਮੇਰੀ ਉਸਤਤ ਕਰਨਗੇ, ਤੇ ਬੋਲ ਲੈਂਦਾ। ਲਾਲਚ ਹੀ ਹੈ ਨਾ, ਇੱਕ ਲਾਲਚ ਹੈ ਵੀ ਜੇ ਮੈਂ ਮਿੱਠਾ ਬੋਲਿਆ ਤੇ ਲੋਕ ਮੈਨੂੰ ਵਾਹ ਵਾਹ ਕਹਿਣਗੇ, ਕਰ ਲੈਂਦਾ ਉੱਥੇ। ਤੇ ਜੇ ਇਹਨੂੰ ਲੱਗੇ ਵੀ ਇੱਥੇ ਆਪਾਂ ਨੂੰ ਕਰਨ ਦਾ ਕੋਈ ਲਾਭ ਨਹੀਂ, ਆਪਾਂ ਨੂੰ ਕਿਹੜੀ ਵਾਹ ਵਾਹ ਮਿਲਣੀ ਹੈ, ਉੱਥੇ ਕੌੜੇ ਬੋਲਦਾ। ਕਬਹੂ ਜੀੜਾ ਊਬ ਚੜ੍ਹਤ ਹੈ, ਕਦੀ ਬੜੀਆਂ ਚੰਗੀਆਂ ਗੱਲਾਂ ਕਰਦਾ। ਮਨ ਦੀ ਅਵਸਥਾ ਹੀ ਹੈ ਨਾ, ਹਾਲਤ ਹੀ ਹੈ ਬਸ। ਤੇ ਜਦੋਂ ਲੱਗੇ ਵੀ ਲੋੜ ਨਹੀਂ ਹੈ ਇੱਥੇ ਚੰਗੀ ਗੱਲ ਕਰਨ ਦੀ, ਉੱਥੇ ਨਹੀਂ ਕਰਦਾ, ਉੱਥੇ ਬੜੀ ਘਟੀਆ ਕਿਸਮ ਦੀ ਗੱਲ ਕਰੇਗਾ, ਲੋਕਾਂ ਨੂੰ ਸਾੜ ਕੇ ਰੱਖ ਦੇਗਾ। ਇਹ ਮਨ ਦੀ ਦਸ਼ਾ ਹੈ। ਜਦੋਂ ਹਜ਼ੂਰ ਕਹਿਣ ਲੱਗੇ, ਤੂੰ ਚਾਹੇ ਤੇ ਬੜੀ ਉੱਚੀ ਅਵਸਥਾ ਦੀ ਗੱਲ ਕਰਦਾ, ਤੂੰ ਚਾਹੇ ਤੇ ਬੜੀ ਮਾੜੀ ਹਾਲਤ ਦੀ ਗੱਲ ਕਰਦਾ, ਇਹ ਦੋਨੋਂ ਚੀਜ਼ਾਂ ਤੇਰੇ ਵਿੱਚ ਹੈਗੀਆਂ। ਔਰ ਇਸ ਕਰਕੇ ਨੇ ਕਿਉਂਕਿ ਤੂੰ ਸਵਾਰਥੀ ਬਣ ਚੁੱਕਾ। ਸਵਾਰਥੀ
ਤੇਰੇ ਪਰਿਵਾਰ ਵਿੱਚ ਕੋਈ ਦੁਖਦਾਈ ਘਟਨਾ ਵਾਪਰ ਜਾਏ ਤੇ ਲੋਕ ਵੇਖੋ ਕਿੰਨੇ ਆਰਾਮ ਨਾਲ ਟਿਕ ਕੇ ਰੱਬ ਨੂੰ ਯਾਦ ਕਰਦੇ ਹੋਏ ਤੁਹਾਨੂੰ ਨਜ਼ਰ ਆਉਣਗੇ, ਕਿਉਂਕਿ ਦੁੱਖ ਦੀ ਘੜੀ ਹੈ। ਮਨ ਹੀ ਹੈ ਨਾ ਸਾਡਾ ਟਿਕਿਆ ਹੋਇਆ ਉਸ ਵੇਲੇ। ਕੋਈ ਬੰਦਾ ਉੱਚੀ ਸਾਹ ਲੈਣ ਲਈ ਤਿਆਰ ਨਹੀਂ, ਭਾਵੇਂ ਗੁਰਮਤਿ ਸਮਾਗਮ ਹੋਵੇ, ਭਾਵੇਂ ਪਰਿਵਾਰ ਵਿੱਚ ਲੋਕ ਬੈਠੇ ਹੋਣ, ਹਿਰਖ ਕਰਨ ਵਾਲੇ ਆਉਂਦੇ ਹੋਣ, ਬੰਦੇ ਦੇ ਮਨ ਵਿੱਚ ਕਦੀ ਮਾੜੇ ਖਿਆਲ ਨਹੀਂ ਆਉਣਗੇ, ਕਿਉਂਕਿ ਮਾੜਾ ਸਮਾਂ ਦੁੱਖ ਦਾ ਸਮਾਂ। ਤੇ ਜਦੋਂ ਸੁੱਖ ਹੋਏਗਾ, ਖੁਸ਼ੀ ਹੋਏਗੀ, ਉਦੋਂ ਬੰਦਿਆਂ ਨੂੰ ਫੜ ਫੜ ਕੇ ਬਿਠਾਉਣਾ ਪੈਂਦਾ ਵੀ ਘੜੀ ਸਾਹ ਹੀ ਲੈ ਲਓ। ਜਿਹਨੂੰ ਨਹੀਂ ਨੱਚਣਾ ਆਉਂਦਾ ਉਹ ਵੀ ਡੀਜੇ ਤੇ ਨੱਚਦਾ। ਫਿਰ ਸਮਝਾਇਆ ਜਾਂਦਾ ਵੀ ਭਾਈ ਸਵੇਰੇ ਬਰਾਤ ਵੀ ਜਾਣੀ ਹੈ, ਸੌਂ ਜਾਓ, ਰਾਤ ਦਾ 1 ਵਜ ਗਿਆ। ਟਿਕਦਾ ਬੰਦਾ? ਗੁਰਦੁਆਰੇ ਦੀ ਹਦੂਦ ਵਿੱਚ ਆਣ ਕੇ ਵੀ ਜੇ ਅਸੀਂ ਚਾਹੁੰਦੇ ਵੀ ਸਾਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਭਾਈ ਇਜਾਜ਼ਤ ਦੇਵੇ ਤੇ ਤੁਸੀਂ ਉਨੀ ਚਿਰ ਫੇਰੇ ਕਰੋ, ਅਸੀਂ ਭਾਰ ਢੋਲ ਤੇ ਭੰਗੜਾ ਪਾ ਲੈਂਦੇ ਹਾਂ। ਇੱਥੇ ਵੀ ਟਲੀਏ ਅਸੀਂ। ਉੱਥੇ ਨੇਮ ਬਣਿਆ ਹੋਇਆ ਵੀ ਇੱਥੇ ਅਸੀਂ ਕੁਝ ਕਰ ਨਹੀਂ ਦੇਣਾ, ਨੇਮ ਬਣਿਆ ਹੋਇਆ, ਵਰਨਾ ਅਸੀਂ ਘੱਟ ਨਾ ਗੁਜ਼ਾਰੀਏ ਕਿਸੇ ਗੱਲੋਂ ਵੀ। ਇਹ ਸਾਡੀ ਬਿਰਤੀ ਬਣ ਚੁੱਕੀ ਹੈ। ਕਿਹੜਾ ਕਰਮਕਾਂਡ ਹੈ ਜਿਹੜਾ ਅਸੀਂ ਗੁਰਦੁਆਰੇ ਦੀ ਹਦੂਦ ਵਿੱਚ ਨਹੀਂ ਕਰਦੇ? ਮਨ ਮਤਾਂ, ਸ਼ਗਨ ਅਪਸ਼ਗਨ ਸਾਰੇ ਗੁਰਦੁਆਰੇ ਵਿੱਚ ਵੀ ਆਣ ਕੇ ਵਿਚਾਰਦੇ ਆ। ਜਿਹੜੇ ਨਹੀਂ ਵਿਚਾਰਦੇ ਉਹਨਾਂ ਅੱਗੇ ਸਿਰ ਝੁਕਦਾ, ਮੁਬਾਰਕ ਹੈ ਉਹ। ਇਹ ਸਾਡੀ ਬਿਰਤੀ ਬਣ ਚੁੱਕੀ ਹੈ। ਕਿਉਂ? ਕਿਉਂਕਿ ਅਸੀਂ ਸਵਾਰਥੀ ਹਾਂ, ਸਾਡੇ ਮਨ ਵਿੱਚ ਲੋਭ ਹੈ। ਅਸੀਂ ਗੁਰੂ ਨੂੰ ਓਨਾ ਹੀ ਚੇਤੇ ਕਰਦੇ ਹਾਂ ਜਿੰਨੀ ਸਾਨੂੰ ਲੋੜ ਹੋਵੇ। ਜਿੱਥੇ ਸਾਨੂੰ ਲੋੜ ਨਾ ਲੱਗੇ ਉੱਥੇ ਅਸੀਂ ਚੇਤੇ ਵੀ ਨਹੀਂ ਕਰਦੇ, ਉੱਥੇ ਨਹੀਂ ਕਰਦੇ। ਕਿੰਨੇ ਪ੍ਰਚਾਰਕ, ਕਿੰਨੇ ਭਾਈ, ਕਿੰਨੇ ਰਾਗੀ ਇਹ ਗੱਲ ਬਾਰ-ਬਾਰ ਕਹਿੰਦੇ ਨੇ, ਮਨਮਤ ਨਾ ਕਰੋ, ਸ਼ਗਨ ਅਪਸ਼ਗਨ ਦੀ ਵਿਚਾਰ ਵਿੱਚ ਨਾ ਪਾਓ, ਬੜੇ ਸਿੰਪਲ ਤੇ ਸਾਦੇ ਵਿਆਹ ਕਰੋ। ਕੌਣ ਕਰਦਾ ਜੀ? ਕੋਈ ਨਹੀਂ ਕਰਦਾ। ਇਹਦਾ ਮਤਲਬ ਇਹ ਥੋੜ੍ਹਾ ਵੀ ਲੋਕਾਂ ਨੂੰ ਜਾਣਕਾਰੀ ਨਹੀਂ, ਸਾਰਿਆਂ ਨੂੰ ਇਹਦੇ ਬਾਰੇ ਜਾਣਕਾਰੀ ਹੈ, ਸਾਰਿਆਂ ਨੂੰ ਇਹਦੇ ਬਾਰੇ ਪਤਾ। ਪਰ ਅਸੀਂ ਗੁਰਮਤਿ ਵੀ ਉਨੀ ਕੁ ਮੰਨਦੇ ਹਾਂ ਜਿੰਨੀ ਨਾਲ ਸਾਡਾ ਨੁਕਸਾਨ ਨਾ ਹੋਵੇ। ਜਿੱਥੇ ਸਾਡਾ ਨੁਕਸਾਨ ਹੋਣਾ ਹੋਵੇ ਉੱਥੇ ਅਸੀਂ ਮੰਨਦੇ ਹੀ ਨਹੀਂ, ਉੱਥੇ ਨਹੀਂ ਮੰਨਦੇ ਅਸੀਂ। ਹਰ ਬੰਦਾ ਇਹ ਕਹਿ ਰਿਹਾ, ਪ੍ਰਚਾਰਕ ਇਹ ਕਹਿ ਰਿਹਾ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਇਹ ਗੱਲ ਕਹਿੰਦੀਆਂ ਵੀ ਆਨੰਦ ਕਾਰਜ ਜਿਹੜਾ ਨਾ, ਆਨੰਦ ਕਾਰਜ ਦੇ ਬਾਰੇ ਇੱਕ ਪੁਸਤਕ ਬਾਹਰ ਪਈ, ਤੁਸੀਂ ਲੈ ਸਕਦੇ ਹੋ, ਉਹਨੂੰ ਪੜ੍ਹ ਸਕਦੇ ਹੋ। ਇਹ ਸ਼ਾਦੀ ਨਹੀਂ ਹੈ, ਇਹ ਵਿਆਹ ਨਹੀਂ ਹੈ, ਇਹ ਮੈਰਿਜ ਨਹੀਂ ਹੈ, ਇਹ ਨਿਕਾਹ ਨਹੀਂ ਹੈ, ਇਹਨੂੰ ਆਨੰਦ ਕਹਿੰਦੇ ਨੇ। ਸਿੱਖ ਦਾ ਆਨੰਦ ਪੜਾਇਆ ਜਾਂਦਾ, ਉਹਦਾ ਵਿਆਹ ਨਹੀਂ ਹੁੰਦਾ। ਆਨੰਦ ਇੱਕ ਮਰਿਆਦਾ ਹੈ, ਬਾਕੀ ਸਾਰੀਆਂ ਰਸਮਾਂ ਨੇ। ਰਸਮ ਨੂੰ ਤੁਸੀਂ ਨਿਭਾਓ ਤੇ ਭਾਵੇਂ ਨਾ ਨਿਭਾਓ, ਕੋਈ ਫਰਕ ਨਹੀਂ ਪਏਗਾ, ਮਰਿਆਦਾ ਤੁਹਾਨੂੰ ਨਿਭਾਉਣੀ ਪਏਗੀ। ਬਾਕੀ ਲੋਕਾਂ ਦੇ ਵਿੱਚ, ਬਾਕੀ ਮਰਿਆਦਾਵਾਂ ਦੇ ਵਿੱਚ ਉਹਨਾਂ ਦੇ ਹਿਸਾਬ ਨਾਲ ਤਲਾਕ ਸ਼ਬਦ ਹੋ ਸਕਦਾ, ਗੁਰਮਤਿ ਵਿੱਚ ਤਲਾਕ ਸ਼ਬਦ ਹੀ ਨਹੀਂ ਹੈ, ਕਿਉਂਕਿ ਆਨੰਦ ਦਾ ਕੋਈ ਬਦਲ ਹੀ ਨਹੀਂ ਹੈਗਾ। ਸੁੱਖ ਦਾ ਆਪੋਜਿਟ ਸ਼ਬਦ ਦੁੱਖ ਹੈ, ਪਰ ਆਨੰਦ ਦਾ ਕੋਈ ਨਹੀਂ। ਇਸ ਕਰਕੇ ਜਿੱਥੇ ਆਨੰਦ ਹੋਏਗਾ ਉੱਥੇ ਤਲਾਕ ਦੀ ਨੌਬਤ ਨਹੀਂ ਹੁੰਦੀ। ਗੱਲ ਵੱਖਰੀ ਅਸੀਂ ਲੈ ਆਏ ਹਾਂ ਅਸੀਂ। ਹਜ਼ੂਰ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਾਨੂੰ ਇਹੀ ਸਮਝਾਉਂਦੀ ਹੈ ਵੀ ਕਰਮ ਕਾਂਡਾਂ ਵਿੱਚ ਨਹੀਂ ਪੈਣਾ ਚਾਹੀਦਾ। ਅਸੀਂ ਵੀ ਆਪਣੇ ਵੱਲੋਂ ਸਰਦੀ ਬਣਨ ਦੀ ਕੋਸ਼ਿਸ਼ ਕਰਦੇ ਹਾਂ ਵੀ ਵੇਖੋ ਭਾਈ, ਆਨੰਦ ਕਾਰਜ ਕਰਨਾ ਤੋਂ ਚੁੰਨੀ ਚੜਾਵਾ ਕਰਨ ਦੀ ਕੋਈ ਲੋੜ ਨਹੀਂ। ਟਲਦੇ ਨੇ ਲੋਕ। ਮਹਿੰਦੀ ਦੀ ਰਸਮ ਕਰਨ ਦੀ ਲੋੜ ਨਹੀਂ, ਮੰਨ ਲਿਆ ਲੋਕਾਂ ਨੇ। ਮਾਈਏ ਪਾਉਣੇ, ਮੰਨ ਲਈ ਗੱਲ ਲੋਕਾਂ ਨੇ। ਸਾਏ ਸਤਵਾਉਣੇ, ਪੱਤਰੀਆਂ ਖਲਵਾਉਣੀਆਂ, ਟੇਵੇ ਮਿਲਾਉਣੇ, ਮੰਨ ਲਈ ਗੱਲ। ਰਿੰਗ ਸੈਰੇਮਨੀ ਕਰਨੀ ਜਿਹੜੀ ਸਾਡੀ ਰਸਮ ਹੈ ਹੀ ਨਹੀਂ। ਚੁੰਨੀ ਚੜਾਉਣੀ ਸਾਡੀ ਰਸਮ ਹੈ ਹੀ ਨਹੀਂ। ਜੈ ਮਾਲਾ ਪਾਉਣੀ ਸਾਡੀ ਰਸਮ ਹੈ ਹੀ ਨਹੀਂ। ਇੰਨੇ ਵਿਆਹ ਕਰਨ ਦੀ ਲੋੜ ਕੀ ਹੈ, ਪਹਿਲਾਂ ਇਹ ਦੱਸੋ। ਹਰ ਜਿਹੜੀ ਰਸਮ ਹੈ ਆਪਣੇ ਆਪ ਵਿੱਚ ਕੰਪਲੀਟ ਵਿਆਹ ਹੈ। ਹਰ ਧਰਮ ਦੀ ਰਿੰਗ ਸੈਰੇਮਨੀ ਈਸਾਈਆਂ ਵਿੱਚ ਆਪਣੇ ਆਪ 'ਚ ਪੂਰਾ ਵਿਆਹ ਹੈ, ਕਿਉਂਕਿ ਉਹ ਆਨੰਦ ਨਹੀਂ ਪੜਾਉਂਦੇ। ਜੈ ਮਾਲਾ ਦੂਜੇ ਧਰਮ ਦੀ ਮਰਿਆਦਾ ਹੈ, ਚੁੰਨੀ ਚੜਾਉਣੀ ਪਾਰਸੀਆਂ ਦੀ ਮਰਿਆਦਾ ਹੈ। ਸਾਡੀ ਸਿੱਖਾਂ ਦੀ ਮਰਿਆਦਾ ਕੀ ਹੈ? ਆਨੰਦ। ਤੋਂ ਅਸੀਂ ਪਹਿਲਾਂ 3 ਵਿਆਹ ਕਰਕੇ ਤੇ ਫਿਰ ਚੌਥਾ ਗੁਰਦੁਆਰੇ ਆਣ ਕੇ ਕਰਦੇ, ਇੱਥੇ ਆਣ ਕੇ ਕਰਦੇ। ਤੇ ਫਿਰ ਅਸੀਂ ਕਹਿੰਦੇ ਵੇਖੋ ਜੀ, ਸਾਡੇ ਜੀਵਨ ਦੇ ਵਿੱਚ ਸੁੱਖ ਹੀ ਨਹੀਂ ਹੈਗਾ। ਕਿਵੇਂ ਸੁੱਖ ਹੋਵੇ? ਜਿਹੜੀ ਸ਼ਰਧਾ, ਸੱਚੀ ਤੇ ਸੁੱਚੀ ਸ਼ਰਧਾ ਦਾ ਪਾਤਰ ਗੁਰੂ ਨੇ ਬਣਨਾ ਸੀ, ਉਹ ਸ਼ਰਧਾ ਤੇ ਲੋਕਾਂ ਦੇ ਵਿੱਚ ਪਹਿਲਾਂ ਹੀ ਵੰਡ ਚੁੱਕੇ ਹਾਂ ਅਸੀਂ। ਉਹ ਝੂਠੀ ਹੋ ਚੁੱਕੀ ਹੈ। ਜਿਹੜੀ ਸ਼ਰਧਾ ਦਾ ਭੋਗ ਗੁਰੂ ਨੂੰ ਲੱਗਣਾ ਸੀ, ਉਹ ਅਸੀਂ ਲੋਕਾਂ ਨਾਲ ਪਹਿਲਾਂ ਹੀ ਸ਼ੇਅਰ ਕਰ ਚੁੱਕੇ ਹਾਂ। ਤੇ ਗੁਰੂ ਕਿਵੇਂ ਪ੍ਰਮਾਣ ਕਰੇਗਾ? ਗੁਰੂ ਨਹੀਂ ਪ੍ਰਮਾਣ। ਗੁਰੂ ਕਹਿੰਦਾ ਜੇ ਮੇਰੇ ਹਿਸਾਬ ਨਾਲ ਚੱਲੇਗਾ ਸੁਖੀ ਤੂੰ ਤਾਂ ਰਹੇਗਾ। ਮੇਰੇ ਰਾਹ ਤੇ ਚੱਲ। ਜਿਹੜੇ ਰਾਹ ਤੇ ਤੂੰ ਚੱਲ ਰਿਹਾ, ਇਸ ਰਾਹ ਤੇ ਚੱਲ ਕੇ ਸੁਖੀ ਨਹੀਂ ਰਹਿ ਸਕਦਾ ਤੂੰ ਆਪਣੀ ਮਨਮਤ ਨੂੰ ਗੁਰਮਤ ਦਾ ਲੇਬਲ ਲਾ ਕੇ ਗੁਰਮਤ ਸਮਝਾਉਣੀ ਚਾਹੁੰਦਾ, ਮੈਨੂੰ ਪ੍ਰਵਾਨ ਨਹੀਂ। ਭਾਈ ਵੀਰ ਸਿੰਘ ਜੀ ਦੀ ਇੱਕ ਰੁਬਾਈ ਹੈ ਜਿਸ ਵਿੱਚ ਉਹ ਕਹਿੰਦੇ ਨੇ, ਉਹ ਕਹਿੰਦੇ ਸਿਰ ਕਚਕੌਲ ਭਨਾਤ ਨਲੀਤਾ ਪੜਿਆਂ ਦੁਆਰੇ ਫਿਰਿਆ। ਵੀ ਸਿਰ ਕਚਕੌਲ ਕਿਹਾ ਵੀ ਆਪਣਾ ਦਿਮਾਗ ਜਿਹੜਾ ਬ੍ਰੇਨ ਹੈ। ਮੈਂ ਪੜਿਆਂ ਦੇ ਦੁਆਰੇ ਜੋਤਸ਼ੀਆਂ ਕੋਲ ਗਿਆ, ਪੰਡਤਾਂ ਦੇ ਕੋਲ ਗਿਆ, ਮੌਲਵੀਆਂ ਦੇ ਕੋਲ ਗਿਆ, ਵਿਦਵਾਨਾਂ ਪੁਜਾਰੀਆਂ ਦੇ ਕੋਲ ਗਿਆ।
ਜਿਹੜੀ ਜਿਹੜੀ ਚੀਜ਼ ਮਿਲਦੀ ਰਹੀ ਆਪਣੇ ਬ੍ਰੇਨ ਵਿੱਚ, ਆਪਣੇ ਦਿਮਾਗ ਵਿੱਚ ਭਰਦਾ ਰਿਹਾ। ਪੜ੍ਹਿਆਂ ਦੁਆਰੇ ਫਿਰਿਆ, ਦਰ ਦਰ ਦੇ ਟੁੱਕ ਮੰਗ ਮੰਗ ਪਾਏ, ਜਿੱਥੋਂ ਜੋ ਚੀਜ਼ ਮਿਲਦੀ ਰਹੀ ਉਹ ਪਾਉਂਦਾ ਰਿਹਾ। ਜੇ ਪੁਰਾਣਾਂ ਵਿੱਚੋਂ ਕੁਝ ਮਿਲਿਆ ਤੇ ਭਰ ਲਿਆ, ਵੇਦਾਂ ਵਿੱਚੋਂ ਕੁਝ ਮਿਲਿਆ ਤੇ ਭਰ ਲਿਆ, ਸਿਮਰਤੀਆਂ ਚੋਂ ਕੋਈ ਚੀਜ਼ ਮਿਲ ਗਈ ਉਹ ਵੀ ਪਾ ਲਈ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਵੀ ਪਾ ਲਈ, ਬਾਕੀ ਧਰਮਾਂ ਦੀ ਫਿਲਾਸਫੀ ਵੀ ਭਰ ਲਈ, ਤੋ ਵਿਦਵਾਨ ਬਣ ਗਿਆ। ਦਰ ਦਰ ਦੇ ਟੁੱਕ ਮੰਗ ਮੰਗ ਪਾਏ, ਤੁੰਨ ਤੁੰਨ ਕੇ ਭਰਿਆ। ਭਰਿਆ ਦੇਖ ਅਫਰਿਆ ਸਾਵੇਂ, ਜਦੋਂ ਮੈਂ ਵੇਖਿਆ ਭਰ ਗਿਆ, ਫਿਰ ਮੈਨੂੰ ਅਫਰੇਵਾਂ ਹੋ ਗਿਆ, ਜਾਣਾ ਪੰਡਤ ਹੋਇਆ। ਸੋਚਿਆ ਮੈਂ ਤੇ ਵਿਦਵਾਨ ਬਣ ਗਿਆ, ਇੰਨੀ ਨੌਲੇਜ, ਇੰਨਾ ਗਿਆਨ ਹੋ ਗਿਆ ਮੈਨੂੰ, ਹਰ ਧਰਮ ਦੇ ਬਾਰੇ ਜਾਣਕਾਰੀ ਹੈ ਮੈਨੂੰ। ਤੇ ਮਨ ਵਿੱਚ ਖਿਆਲ ਆਇਆ ਵੀ ਇੰਨੀ ਜਾਣਕਾਰੀ ਤੇ ਹੈਗੀ ਏ, ਕਿਉਂ ਨਾ ਗੁਰੂ ਨੂੰ ਜਾ ਕੇ ਦਸੀਏ। ਤੇ ਭਾਈ ਵੀਰ ਸਿੰਘ ਕਹਿਣ ਲੱਗੇ, ਇੱਕ ਦਿਨ ਇਹ ਕਚਕੌਲ ਲੈ ਗਿਆ, ਜਾ ਮੁਰਸ਼ਦ ਦੇ ਧਰਿਆ। ਗੁਰੂ ਕੋਲ ਆਇਆ, ਆਖਿਆ ਮਹਾਰਾਜ ਤੁਹਾਨੂੰ ਪਤਾ ਮੈਨੂੰ ਕਿੰਨੀ ਜਾਣਕਾਰੀ ਹੈ, ਮੇਰੇ ਬ੍ਰੇਨ ਵਿੱਚ, ਮੇਰੀ ਸੋਚ ਵਿੱਚ ਕਿੰਨਾ ਖਜ਼ਾਨਾ ਭਰਿਆ ਪਿਆ। ਤੇ ਭਾਈ ਵੀਰ ਸਿੰਘ ਕਹਿਣ ਲੱਗੇ, ਗੁਰੂ ਨੇ ਪਤਾ ਕੀ ਕੀਤਾ, ਝੂਠ ਝੂਠ ਕਹਿ ਉਸ ਉਲਟਾਇਆ, ਖਾਲੀ ਸਾਰਾ ਕਰਿਆ। ਕਹਿੰਦਾ ਜਮਾਨੇ ਭਰ ਦੀ ਝੂਠ ਚੁੱਕੀ ਫਿਰਦਾ ਮੇਰੇ ਕੋਲ ਆ ਗਿਆ, ਇਹਦੀ ਲੋੜ ਨਹੀਂ ਹੈਗੀ, ਸੁੱਟ ਦੇ ਸਾਰੀ, ਇਹਦੀ ਲੋੜ ਨਹੀਂ ਹੈਗੀ। ਜੇ ਧਰਮ ਦੇ ਰਾਹ ਤੇ ਚੱਲਣਾ ਤੇ ਜੋ ਕੂੜ ਕਬਾੜ ਇਕੱਠਾ ਕੀਤਾ ਆਪਣੀ ਸੁਰਤ ਵਿੱਚ, ਇਹਨੂੰ ਸਾਫ਼ ਕਰ। ਗੁਰੂ ਭਰੇ ਹੋਏ ਭਾਂਡੇ ਵਿੱਚ ਕੋਈ ਵਸਤੂ ਪਾਉਂਦਾ ਹੀ ਨਹੀਂ, ਸੱਚਾਈ ਇਹ। ਗੁਰੂ ਨੂੰ ਭਾਂਡਾ ਖਾਲੀ ਚਾਹੀਦਾ ਤੇ ਸਾਫ਼ ਚਾਹੀਦਾ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਏ ਸੀ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਹੱਛਾ ਹੋਏ ਸੀ। ਔਰ ਚੰਗਾ ਤਾਂ ਬਣੇਗਾ ਜੇ ਗੁਰੂ ਦੇ ਰਾਹ ਤੇ ਚੱਲਣਾ ਸ਼ੁਰੂ ਕਰੇਗਾ। ਤੇ ਹਜ਼ੂਰ ਕੀ ਕਹਿੰਦੇ ਨੇ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਇਹ ਹੈ ਗੁਰੂ ਦਾ ਰਾਹ। ਤੋ ਹਜ਼ੂਰ ਨੇ ਆਖਿਆ, ਰੇ ਮਨ ਡੀਗ ਨਾ ਡੋਲੀਐ, ਸਿੱਧੇ ਮਾਰਗ ਧਾਓ, ਪਾਛੇ ਬਾਗ ਡਰਾਵਣੋ। ਬਾਗ ਕੀ ਹੈ? ਵਿਕਾਰ। ਤੇਰੇ ਪਿਛਲੇ ਬੰਨੇ ਵਿਕਾਰ ਖੜੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਉਹ ਹਰ ਵੇਲੇ ਤਿਆਰੀ ਵਿੱਚ ਨੇ ਵੀ ਬੰਦਾ ਸਾਡੇ ਹਿਸਾਬ ਨਾਲ ਕੰਮ ਕਰੇ ਤੇ ਅਸੀਂ ਇਹਨੂੰ ਖਾ ਲਈਏ। ਕ੍ਰੋਧ ਕਹਿੰਦਾ ਵੀ ਤੂੰ ਸਾਹਮਣੇ ਵਾਲੇ ਦਾ ਨੁਕਸਾਨ ਕਰ, ਲਾਲਚ ਕਹਿੰਦਾ ਤੂੰ ਚੋਰੀ ਕਰ, ਰਿਸ਼ਵਤ ਲੈ, ਹੰਕਾਰ ਕਹਿੰਦਾ ਤੂੰ ਹੈਂਕੜਬਾਜੀ ਦਿਖਾ। ਇਦਾਂ ਵਿਕਾਰ ਹਰ ਵੇਲੇ ਸਾਨੂੰ ਖਾਣ ਲਈ ਤਿਆਰ ਬੈਠੇ ਨੇ, ਆਪਣੇ ਹਿਸਾਬ ਨਾਲ ਚਲਾਉਣ ਲਈ ਤਿਆਰ ਬੈਠੇ ਨੇ। ਆਖਿਆ ਪਾਛੇ ਬਾਗ ਡਰਾਵਣੋ, ਅੱਗੇ ਅਗਨ ਤਲਾਓ। ਸਾਹਮਣੇ ਅੱਗ ਦਾ ਦਰਿਆ ਹੈ, ਜਿਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਤਿਤ ਸਰਵਰੜੇ ਪਹਿਲੇ ਨਿਵਾਸਾ, ਪਾਣੀ ਪਾਵਕ ਤਨੇ ਕੀਆ, ਪੰਕਜ ਮੋਹ ਪੱਗ ਨਹੀਂ ਚਾਲੇ, ਹਮ ਦੇਖਾ ਤਾਂ ਡੂਬੀ ਅਰੇ। ਸਾਹਮਣੇ ਅੱਗ ਦਾ ਦਰਿਆ ਹੈ, ਭਾਵ ਤ੍ਰਿਸ਼ਨਾ ਹੈ ਸਾਹਮਣੇ, ਲਾਲਚ ਹੈ ਸਾਹਮਣੇ, ਪਿੱਛੇ ਵਿਕਾਰ ਖੜੇ ਨੇ ਤੇ ਸਾਹਮਣੇ ਤ੍ਰਿਸ਼ਨਾ ਦਾ ਦਰਿਆ ਹੈ। ਜਾਵਾਂ ਤੇ ਜਾਵਾਂ ਕਿਹੜੇ ਪਾਸੇ। ਹੁਣ ਹਜ਼ੂਰ ਕਹਿੰਦੇ ਨੇ, ਸਹਸੇ ਜੀਰਾ ਪਰ ਰਹੇ ਹੋ, ਮਨ ਡਰ ਰਿਹਾ। ਮਨ ਇਸ ਕਰਕੇ ਡਰਦਾ ਵੀ ਵਿਕਾਰ ਨੇ ਪਿੱਛੇ ਤੇ ਸਾਹਮਣੇ ਅੱਗ ਦਾ ਦਰਿਆ, ਕਿੱਧਰ ਜਾਵਾਂ। ਮਾਂ ਕਹੋ ਅਵਰ ਨਾ ਢੰਗ, ਮੈਨੂੰ ਕੋਈ ਤਰੀਕਾ ਸੁਝਦਾ ਹੀ ਨਹੀਂ। ਆਖਿਆ ਨਾਨਕ ਗੁਰਮੁਖ ਛੁੱਟੀਏ, ਹਰ ਪ੍ਰੀਤਮ ਸਿਓ ਸੰਗ। ਗੁਰੂ ਦੀ ਸੰਗਤ ਕਰ, ਗੁਰੂ ਦਾ ਉਪਦੇਸ਼ ਲੈ, ਉਹਦੇ ਗੁਣਾਂ ਨੂੰ ਗ੍ਰਹਿਣ ਕਰ, ਵਿਕਾਰਾਂ ਤੋਂ ਵੀ ਬਚ ਜਾਏਗਾ ਤੇ ਤ੍ਰਿਸ਼ਨਾ ਦੀ ਅੱਗ ਜਿਹੜੀ ਸਾਹਮਣੇ ਦਰਿਆ 'ਚ ਬਲ ਰਹੀ ਹੈ ਉਹਦੇ ਕੋਲੋਂ ਵੀ ਬਚ ਜਾਏਗਾ। ਤੋ ਮਨ ਦੇ ਡੋਲਣ ਦਾ ਕਾਰਨ ਇਹ ਹੈ ਭਰਮ ਹੋਣਾ। ਮਨ ਦੇ ਡੋਲ ਜਾਣ ਦਾ ਕਾਰਨ ਹੈ ਮਨ ਵਿੱਚ ਵਿਕਾਰਾਂ ਦਾ ਹੋਣਾ। ਵਿਕਾਰ ਹੈਗੇ ਨੇ, ਲਾਲਚ ਹੈ ਮਨ ਵਿੱਚ, ਕਾਮ ਹੈ ਮਨ ਵਿੱਚ, ਤਾਂ ਮਨ ਡੋਲਦਾ। ਤੋ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ, ਪਾਪੀ ਹੀਐ ਮੈਂ ਕਾਮ ਵਸਾਏ। ਮੇਰਾ ਮਨ ਜੇ ਡੋਲ ਰਿਹਾ ਤੇ ਉਹਦਾ ਕਾਰਨ ਇਹ ਹੈ ਕਿ ਇਹਦੇ ਵਿੱਚ ਕਾਮ ਵਸਦਾ, ਇਹਦੇ 'ਚ ਵਿਕਾਰ ਵਸਦੇ ਨੇ, ਲਾਲਚ ਹੈ ਇਹਦੇ ਵਿੱਚ, ਹੰਕਾਰ ਹੈ ਇਹਦੇ ਵਿੱਚ। ਪਾਪੀ ਹੀਏ ਮੈਂ ਕਾਮ ਵਸਾਏ। ਤੇ ਗੁਰਦੇਵ ਕਹਿੰਦੇ ਨੇ, ਮਨ ਚੰਚਲ, ਮੇਰਾ ਮਨ ਚੰਚਲ ਹੋ ਗਿਆ, ਪੰਛੀ ਵਾਂਗ ਕਦੀ ਇੱਧਰ ਜਾਂਦਾ ਕਦੀ ਉੱਧਰ ਜਾਂਦਾ। ਜਿੱਥੋਂ ਚੀਜ਼ ਮਿਲ ਜਾਏ ਉਹਨਾਂ ਦੇ ਮੁਤਾਬਕ ਜੀਵਨ ਜੀਣਾ ਸ਼ੁਰੂ ਕਰ ਦਿੰਦਾ। ਮਨ ਚੰਚਲ ਜਾਂ ਤੇ ਗਹਿ ਹੋ ਨਾ ਜਾਏ, ਇਹਨੂੰ ਕਾਬੂ 'ਚ ਨਹੀਂ ਕੀਤਾ ਜਾ ਸਕਦਾ। ਕਿਵੇਂ ਕੰਟਰੋਲ ਕਰੀਏ ਇਹਨੂੰ? ਤੇ ਹਜ਼ੂਰ ਕਹਿੰਦੇ ਨੇ, ਮਨ ਨੂੰ ਕਾਬੂ ਕਰਨ ਦਾ ਤਰੀਕਾ ਬੜਾ ਸੌਖਾ, ਬੜਾ ਸੌਖਾ। ਤੇ ਸਤਿਗੁਰੂ ਕਹਿੰਦੇ ਨੇ, ਜੇ ਇੰਨਾ ਹੀ ਸੌਖਾ ਹੈ ਤਰੀਕਾ ਮਨ ਨੂੰ ਕਾਬੂ ਕਰਨ ਦਾ, ਤੇ ਵੇਖੋ ਕਿੰਨੇ ਧਾਰਮਿਕ ਬੰਦੇ ਜਿਹੜੇ ਸਨ ਉਹ ਮਨ ਨੂੰ ਕਾਬੂ ਕਰਨ ਵਿੱਚ ਲੱਗੇ ਹੋਏ ਨੇ। ਕਿੰਨੇ ਧਾਰਮਿਕ। ਆਖਿਆ ਮਹਾਰਾਜ ਕੌਣ ਕੌਣ ਨੇ ਉਹ? ਤੇ ਹਜ਼ੂਰ ਕਹਿੰਦੇ ਨੇ, ਜੋਗੀ। ਜੋਗੀ ਮੀਨਸ ਜੋਗ ਦੇ ਮਿਲਾਪ ਦੇ ਰਾਹ ਤੇ ਚੱਲਣ ਵਾਲਾ। ਜੋਗ ਦਾ ਅਰਥ ਹੈ ਮਿਲਾਪ, ਤੇ ਜੋਗੀ ਦਾ ਅਰਥ ਜਿਹੜਾ ਮਿਲਾਪ ਦੇ ਰਾਹ ਤੇ, ਰੱਬ ਦੇ ਰਾਹ ਤੇ ਤੁਰਿਆ ਹੋਵੇ, ਜੋਗੀ। ਆਖਿਆ ਕਾਮ ਨੇ ਉਹਨੂੰ ਵੀ ਪਰੇਸ਼ਾਨ ਕੀਤਾ, ਉਹ ਵੀ ਅਸਲ 'ਚ ਰੱਬ ਨੂੰ ਪ੍ਰਾਪਤ ਕਰ ਨਹੀਂ ਪਾਇਆ, ਉਹਦਾ ਮਨ ਵੀ ਕਾਬੂ 'ਚ ਨਹੀਂ ਹੈ। ਜੰਗਮ ਜਿਹੜੇ ਜੋਗੀਆਂ ਦਾ ਫਿਰਕਾ ਹੈ, ਉਹ ਜੰਗਮ ਜਿਹੜੇ ਨੇ, ਸਰੇਵੜੇ ਜਿਹੜੇ ਨੇ, ਉਹ ਜੋਗੀ ਜੰਗਮ ਔਰ ਸੰਨਿਆਸ, ਸੰਨਿਆਸੀ ਜਿਹੜੇ ਨੇ, ਉਹਨਾਂ ਦਾ ਮਨ ਵੀ ਉਹਨਾਂ ਦੇ ਕਾਬੂ 'ਚ ਨਹੀਂ ਹੈ। ਹਾਲਾਂਕਿ ਉਹ ਘਰ ਵਿੱਚ ਕਹਿ ਕੇ ਇਹੀ ਗਏ ਸਨ
ਵੀ ਅਸੀਂ ਪਰਿਵਾਰ ਵਿੱਚ ਰਹਿੰਦੇ ਹਾਂ, ਫੈਮਿਲੀ 'ਚ ਰਹਿੰਦੇ ਹਾਂ, ਇੱਥੇ ਸਾਡਾ ਮਨ ਭਟਕਦਾ ਹੈ, ਅਸੀਂ ਬਾਹਰ ਜਾਵਾਂਗੇ ਤੇ ਸਾਡਾ ਮਨ ਟਿਕ ਜਾਏਗਾ। ਪਰ ਹਜ਼ੂਰ ਦੀ ਬਾਣੀ ਨੇ ਬੜਾ ਕੀਮਤੀ ਨੁਕਤਾ ਸਾਡੇ ਨਾਲ ਸਾਂਝਾ ਕੀਤਾ। ਗੁਰਦੇਵ ਕਹਿਣ ਲੱਗੇ, ਪੂੰਵਰ ਤਾਪ ਗੇਰੀ ਕੇ ਬਸਤਰਾ, ਆਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ। ਜ਼ਿੰਮੇਦਾਰੀਆਂ ਛੱਡ ਕੇ ਬੰਦਾ ਭੱਜ ਗਿਆ। ਇਸ ਕਰਕੇ ਨਹੀਂ ਗਿਆ ਵੀ ਧਰਮੀ ਬਣਨਾ ਚਾਹੁੰਦਾ, ਬਲਕਿ ਇਸ ਕਰਕੇ ਗਿਆ ਕਿਉਂਕਿ ਉਹ ਪਰਿਵਾਰ ਦੀ ਜ਼ਿੰਮੇਦਾਰੀ ਚੁੱਕਣ ਤੋਂ ਅਸਮਰੱਥ ਹੈ। ਉਹਨੂੰ ਲੱਗਦਾ ਮੈਂ ਬੱਚਿਆਂ ਦੀ ਫੀਸ ਨਹੀਂ ਭਰ ਸਕਦਾ, ਮੈਂ ਪਤਨੀ ਦੇ ਖਰਚੇ ਨਹੀਂ ਪੂਰੇ ਕਰ ਸਕਦਾ, ਤੇ ਸਾਧ ਬਣ ਗਿਆ, ਬਾਬਾ ਬਣ ਗਿਆ। ਆਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ, ਆਖਿਆ ਦੇਸ ਛੋੜ ਪਰਦੇਸੇ ਧਾਇਆ, ਘਰ ਛੱਡ ਕੇ ਜੰਗਲ ਚ ਆ ਕੇ ਬਹਿ ਗਿਆ। ਪਰ ਪੰਚ ਚੰਡਾਲ ਨਾਲੇ ਲੈ ਆਇਆ। ਉਹ ਜਿਹੜੇ ਪੰਜ ਵਿਕਾਰ ਸੀ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹ ਅਜੇ ਵੀ ਚੁੱਕੀ ਫਿਰਦਾ। ਹੰਕਾਰ ਤੇ ਸੁਰਤ ਵਿੱਚ ਰਹਿਣਾ, ਵਿਕਾਰ ਤੇ ਬ੍ਰੇਨ ਵਿੱਚ ਰਹਿੰਦੇ ਨੇ। ਪਰਿਵਾਰ ਨੂੰ ਛੱਡ ਕੇ ਜਿੱਥੇ ਮਰਜ਼ੀ ਚਲੇ ਜਾਓ, ਤੁਹਾਡੀ ਸੁਰਤ ਵਿੱਚ ਰਹਿਣਗੀਆਂ ਬੁਰਾਈਆਂ, ਉਹ ਤੁਹਾਨੂੰ ਛੱਡਣੀਆਂ ਪੈਣਗੀਆਂ। ਭਾਵੇਂ ਘਰ ਰਹਿੰਦਿਆਂ ਛੱਡੋ, ਭਾਵੇਂ ਬਾਹਰ ਰਹਿ ਕੇ ਛੱਡੋ, ਉਹਨਾਂ ਨੂੰ ਛੱਡਿਆ ਛੁਟਕਾਰਾ ਹੋਏਗਾ। ਜਗ੍ਹਾ ਬਦਲ ਲੈਣ ਦੇ ਨਾਲ, ਟਿਕਾਣਾ ਬਦਲ ਲੈਣ ਦੇ ਨਾਲ, ਪਰਿਵਾਰ ਛੱਡ ਕੇ ਬਾਹਰ ਚਲੇ ਜਾਣ ਦੇ ਨਾਲ ਵਿਕਾਰ ਤੇ ਨਹੀਂ ਹਟ ਜਾਣੇ, ਉਹ ਤੇ ਮਨ ਵਿੱਚ ਹੀ ਰਹਿਣੇ ਨੇ। ਆਖਿਆ ਪੰਚ ਚੰਡਾਲ ਨਾਲੇ ਲੈ ਆਇਆ। ਤੋ ਹਜ਼ੂਰ ਕਹਿੰਦੇ ਨੇ, ਜੋਗੀ ਜੰਗਮ ਅਰ ਸੰਨਿਆਸ, ਸਭ ਹੀ ਪਰ ਡਾਰੀ ਇਹ ਫਾਸ। ਵਿਕਾਰਾਂ ਨੇ ਉਹਨਾਂ ਨੂੰ ਵੀ ਆਪਣੇ ਗੁਲਾਮ ਬਣਾ ਲਿਆ, ਉਹਨਾਂ ਨੂੰ ਵੀ ਆਪਣੇ ਚੰਗੇ ਚੰਗੇ ਦੇਵਤੇ ਰਿਸ਼ੀ ਮੁਨੀ ਵੀ ਬਚ ਨਹੀਂ ਪਾਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਸ਼ਬਦ ਆਉਂਦਾ, ਆਖਿਆ ਜਿਨ੍ਹਾਂ ਨੂੰ ਲੋਕ ਤਿੰਨ ਵੱਡੇ ਦੇਵਤੇ ਮੰਨਦੇ ਨੇ ਨਾ, ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ, ਉਹ ਵੀ ਇਹਨਾਂ ਕੋਲੋਂ ਬਚ ਨਹੀਂ ਸਕੇ। ਹਜ਼ੂਰ ਨੇ ਕੀ ਆਖਿਆ, ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ, ਵਿੱਚ ਹਉਮੈ ਕਾਰ ਕਮਾਈ। ਵੀ ਉਹਨਾਂ ਦੇ ਵਿੱਚ ਵੀ ਹੰਕਾਰ ਸਿਰੇ ਦਾ ਹੈ, ਬ੍ਰਹਮਾ ਦੇ ਵਿੱਚ ਵੀ, ਵਿਸ਼ਨੂੰ ਦੇ ਵਿੱਚ ਵੀ, ਤੇ ਸ਼ਿਵ ਜੀ ਦੇ ਵਿੱਚ ਵੀ। ਇਹ ਵੀ ਵਿਕਾਰਾਂ ਦੇ ਕੋਲੋਂ, ਬੁਰਾਈਆਂ ਦੇ ਕੋਲੋਂ ਬਚ ਨਾ ਸਕੇ। ਇਹਨਾਂ ਦਾ ਜੀਵਨ ਬੁਰਾਈਆਂ ਨਾਲ ਭਰਿਆ ਹੋਇਆ। ਤੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ, ਜੋਗੀ ਜੰਗਮ ਅਰ ਸੰਨਿਆਸ, ਸਭ ਹੀ ਪਰ ਡਾਰੀਏ ਫਾਸ। ਆਖਿਆ ਮਹਾਰਾਜ ਬਚਾਂਗੇ ਕਿਵੇਂ? ਆਖਿਆ ਜੇ ਹਰ ਕੋ ਨਾਮ ਸੰਭਾਰ, ਜਿਨ੍ਹਾਂ ਨੇ ਰੱਬ ਨੂੰ ਚੇਤੇ ਕਰ ਲਿਆ, ਉਹਦੇ ਗੁਣਾਂ ਨੂੰ ਜੀਵਨ ਦੇ ਵਿੱਚ ਵਸਾ ਲਿਆ, ਤੇ ਉਹ ਬੰਦੇ ਭਾਵ ਸਾਗਰ ਉਤਰੈ ਪਾਰ, ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ, ਛੁਟਕਾਰਾ ਹੋ ਗਿਆ। ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦਾ ਮਤਲਬ ਹੈ ਉਹਨਾਂ ਨੂੰ ਜ਼ਿੰਦਗੀ ਜੀਣ ਦਾ ਤਰੀਕਾ ਪਤਾ ਲੱਗ ਗਿਆ ਵੀ ਅਸੀਂ ਪਰਿਵਾਰ ਵਿੱਚ ਕਿਵੇਂ ਰਹਿਣਾ, ਬੱਚਿਆਂ ਦੇ ਨਾਲ ਕਿਵੇਂ ਰਹਿਣਾ, ਮਾਂ ਪਿਓ ਦੇ ਨਾਲ ਕਿਵੇਂ ਰਹਿਣਾ, ਸੁਸਾਇਟੀ ਦੇ ਲੋਕਾਂ ਦੇ ਨਾਲ ਕਿਵੇਂ ਵਰਤਣਾ, ਰਿਲੇਸ਼ਨ ਵਾਲੇ ਲੋਕਾਂ ਨਾਲ ਕਿਵੇਂ ਵਰਤਣਾ। ਹਰ ਉਹ ਵਰਤ ਵੀ ਰਹੇ ਨੇ, ਚੀਜ਼ਾਂ ਹੰਢਾ ਵੀ ਰਹੇ ਨੇ, ਤੇ ਚੀਜ਼ਾਂ ਉਹਨਾਂ ਨੂੰ ਕਹਿੰਦੀਆਂ ਵੀ ਕੁਝ ਨਹੀਂ। ਉਹ ਪਦਾਰਥ ਖਾ ਵੀ ਰਹੇ ਨੇ, ਪਰ ਇਸ ਬਿਰਤੀ ਨਾਲ ਵੀ ਜਿੱਦਣ ਮੌਤ ਦਾ ਸੱਦਾ ਆਏਗਾ ਆਪਾਂ ਛੱਡ ਕੇ ਤੁਰ ਪੈਣਾ। ਹੰਕਾਰ ਨਹੀਂ ਮਨ ਵਿੱਚ ਹੈਗਾ। ਤੋ ਚੀਜ਼ ਨੂੰ ਵਰਤਣਾ ਇਹ ਸਿੱਖ ਦੀ ਨਿਸ਼ਾਨੀ ਹੈ। ਉਹਦੇ ਨਾਲ ਨਾ ਸਨੇਹ ਹੀ ਪਾਉਣਾ, ਮੋਹ ਹੀ ਪੈਦਾ ਕਰਨਾ, ਤੇ ਨਾ ਚੀਜ਼ ਨੂੰ ਛੱਡ ਕੇ ਤੇ ਬਾਹਰ ਜੰਗਲਾਂ ਵਿੱਚ ਜਾਣਾ। ਜਿਹੜੀ ਚੀਜ਼ ਕੁਦਰਤ ਨੇ ਸਾਨੂੰ ਦਿੱਤੀ ਹੈ ਉਹਨੂੰ ਵਰਤੋ, ਉਹ ਵਰਤਣ ਵਾਸਤੇ ਹੈ। ਨਾ ਉਹਦੇ ਨਾਲ ਮੋਹ ਪੈਦਾ ਕਰੋ ਤੇ ਨਾ ਉਹਨੂੰ ਛੱਡ ਕੇ ਜੰਗਲਾਂ ਪ੍ਰਦੇਸ਼ਾਂ ਵਿੱਚ ਜਾਓ। ਆਖਿਆ ਵਰਤੋ। ਇਹ ਗੁਰਮਤਿ ਦੀ ਫਿਲਾਸਫੀ ਹੈ ਵੀ ਇੱਥੇ ਗ੍ਰਸਤ ਨੂੰ ਪ੍ਰਵਾਨ ਕੀਤਾ ਗਿਆ, ਮਾੜਾ ਨਹੀਂ ਆਖਿਆ। ਆਖਿਆ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਓ, ਘਰ ਵਿੱਚ ਰਹੋ, ਤੇ ਸਮਝੋ ਤੁਹਾਨੂੰ ਜੀਣ ਦਾ ਢੰਗ ਆ ਗਿਆ, ਤਰੀਕਾ ਆ ਗਿਆ। ਜੇ ਹਰ ਕੋ ਨਾਮ ਸੰਭਾਰ, ਤੇ ਭਵ ਸਾਗਰ ਉਤਰੇ ਪਾਰ। ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ ਗੁਰੂ ਦੇ ਨਾਮ ਨਾਲ ਜੁੜ ਕੇ, ਬਖਸ਼ਿਸ਼ ਨਾਲ ਜੁੜ ਕੇ। ਤੇ ਹਜ਼ੂਰ ਕਹਿੰਦੇ ਨੇ, ਜਨ ਨਾਨਕ ਦਾਸ ਨਾਨਕ ਵੀ ਹਰ ਕੀ ਸ਼ਰਨਾਏ। ਗੁਰੂ ਦੀ ਸ਼ਰਨ ਵਿੱਚ ਆ ਗਿਆ, ਰੱਬ ਦੀ ਸ਼ਰਨ ਵਿੱਚ ਆ ਗਿਆ, ਤੇ ਗੁਰੂ ਕੋਲੋਂ ਆਣ ਕੇ ਮੰਗਿਆ। ਪਤਾ ਕੀ ਹਜ਼ੂਰ ਨੇ ਆਖਿਆ, ਦੀਜੈ ਨਾਮ ਰਹੇ ਗੁਣ ਗਾਏ। ਮੈਨੂੰ ਆਪਣਾ ਨਾਮ ਦਿਓ, ਆਪਣਾ ਸਿਮਰਨ ਦਿਓ, ਤਾਂ ਕਿ ਮੈਂ ਹਰ ਵੇਲੇ ਤੁਹਾਡੇ ਗੁਣ ਗਾਉਂਦਾ ਰਵਾਂ। ਤੁਹਾਡੇ ਗੁਣਾਂ ਨੂੰ ਗਾ ਕੇ ਜਿਹੜਾ ਮੇਰਾ ਮਨ ਹੈ ਇਹ ਟਿਕ ਸਕਦਾ। ਜਿੰਨੀ ਦੇਰ ਤੱਕ ਮੈਂ ਤੁਹਾਡੇ ਗੁਣਾਂ ਨਾਲ ਨਹੀਂ ਜੁੜਦਾ, ਮੇਰਾ ਮਨ ਟਿਕਾ ਵਿੱਚ ਨਹੀਂ ਆ ਸਕਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਨੇ ਇਸੇ ਕਰਕੇ ਸਿੱਖ ਨੂੰ ਬੜੇ ਵਜਦ ਵਿੱਚ ਆਣ ਕੇ, ਬੱਧਾ ਚੱਟੀ ਦੇ ਨਾਲ ਨਹੀਂ, ਹਜ਼ੂਰ ਨੇ ਆਖਿਆ ਬੜੇ ਚਾਅ ਨਾਲ ਰੱਬ ਦੇ ਗੁਣ ਗਾਇਆ ਕਰ, ਤੇ ਗੁਰੂ ਅੱਗੇ ਨਿਤ ਹੀ ਅਰਦਾਸ ਕਰਿਆ ਕਰ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੁ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਇਹ ਸਿੱਖ ਦੀ ਬਿਰਤੀ ਬਣ ਜਾਏ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਮੁਬਾਰਕ ਬਾਣੀ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਣ ਯੋਗ ਹਨ, ਬਖਸ਼ ਰਹਿਣਗੇ। ਸਭਨਾਂ ਦਾ ਧੰਨਵਾਦ। ਬਲਾਉ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਧਿਆਨ ਸਰਵਣ ਕਰੀਏ। ਕਾਲ ਵਾਹਿਗੁਰੂ ਸਿੰਘ ਕੌਮ ਦੀ ਬੇਟਾੜੀ ਤੇ ਪਾਸੋਂ ਸਰਸੰਤਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ।